हाँ बई ਪੈਸੇ ਪੂਏ ਛਕੀ ਜਾਂਦਾ ਕਿ ਨਹੀਂ ਜਿਹੜੇ ਉੱਤੇ ਸਰਕਾਰੋਂ ਆਉਂਦੇ ਤੈਨੂੰ? ਉਹ ਯਾਰ ਨੰਬੜਾ ਕੀ ਤੇਰੀ ਸੂਈ ਪੱਥਰ ਦੇ ਰਿਕਾਰਡ ਇੱਕੋ ਥਾਂ ਅੜੀ ਆ ਉੱਥੇ। ਮੈਂ ਕਿਹਾ ਵੋਟਾਂ ਉੱਥੇ ਘੁੰਮੀਆਂ ਨਾ ਸਰਪੰਚ ਨਾਲ ਗੱਲ ਕਰ, ਤੂੰ ਆਪਣਾ ਲੰਬੜਾ ਆਪਣੀ ਗੱਲ ਕਰ, ਸਾਨੂੰ ਦੱਸ ਕੌਣ ਪੁੱਛਦਾ ਨਾ ਤਿੰਨਾਂ ਚ ਨਾ ਤੇਰਾਂ ਚ। ਨਾ ਇੰਡੀਆ ਤਾਇਆ ਕਹਿੰਦੇ ਇੰਡੀਆ ਪਹਿਲੇ ਨੰਬਰ ਤੇ ਆ ਗਿਆ। ਇੰਡੀਆ ਪਹਿਲੇ ਨੰਬਰ ਤੇ ਕਿਹੜੇ ਕੰਮ 'ਚ ਆ ਗਿਆ ਓਏ? ਇੰਡੀਆ ਲੱਗਦਾ ਤਾਂ ਨਹੀਂ ਕਦੀ ਪਹਿਲੇ ਨੰਬਰ 'ਚ ਆਊਗਾ ਇਹ ਚੀਜ਼ 'ਚ। ਹਾਂ ਕ੍ਰਿਕਟ 'ਚ ਮੰਨ ਲੈਂਦੇ ਆ ਨੰਬਰ ਵਾ ਕੇ ਮਿਹਨਤੀ ਬੰਦੇ ਬੈਠੇ ਆ ਨਾ। ਆਹੋ ਇੰਡੀਆ ਕਿਹੜੇ ਨੰਬਰ ਆ ਗਿਆ ਬਈ? ਟਮਾਟਰ ਉੱਡਦੀ ਗੱਲ ਸੁਣੀ ਨਹੀਂ ਤਾਂ ਅੱਛਾ ਪੋਪੂਲੇਸ਼ਨ ਵਿੱਚ ਨੰਬਰ ਮੰਨਦੇ ਆ ਆਲਰੇਡੀ। ਹਾਂ ਪੋਪੂਲੇਸ਼ਨ ਵਿੱਚ ਹੈ, ਹਾਂ ਇਹ ਮੰਨਦੇ ਇਹ ਤਾਇਆ ਜਿਹੜਾ ਨਾ ਪਹਿਲਾ ਨੰਬਰ ਤੇ ਆਇਆ, ਹਾਂ। ਇਹ 'ਚ ਖੁਸ਼ੀ ਮਨਾਉਣ ਵਾਲੀ ਗੱਲ ਨਹੀਂ, ਨਹੀਂ ਹੈਗੀ ਕਿ ਹੈਗੀ ਆ? ਕਿਉਂਕਿ ਅਸੀਂ ਥੱਲਿਓਂ ਪਹਿਲੇ ਨੰਬਰ ਤੇ ਆ ਗਏ। ਅੱਛਾ ਥੱਲਿਓਂ ਪਹਿਲੇ ਨੰਬਰ ਤੇ ਆਏ ਆ। ਹੁਣ ਤੁਹਾਨੂੰ ਸਾਡੀ ਜਿਹਨੂੰ ਕਹਿੰਦੇ ਸਾਰਿਆਂ ਤੋਂ। ਤੁਹਾਨੂੰ ਪਤਾ ਨਹੀਂ ਹੈਗਾ ਵਿਚਲੀ ਜਿਹੜੀ ਗੱਲ ਆ ਇਹ ਸਰਕਾਰਾਂ ਲੁਕਾਉਂਦੀਆਂ। ਮੈਨੂੰ ਪਤਾ, ਮੈਂ ਮੀਟਿੰਗਾਂ 'ਚ ਬੈਠਾ ਰਿਹਾ ਨਾ। ਆਹੋ ਇਹ ਬਹੁਤ ਚਿਰ ਦੇ ਲਗਾਉਂਦੇ ਆ ਸਾਡੇ ਤੋਂ ਗੱਲਾਂ। ਅਸਲ 'ਚ ਗੱਲ ਕੀ ਆ, ਜਿੱਦਾਂ ਆਪਾਂ ਕਹਿੰਦੇ ਆ ਵੀ ਇੰਡੀਆ ਦੇ ਵਿੱਚ ਪੈਸਾ ਕਿਉਂ ਨਹੀਂ ਕੋਈ ਇਨਵੈਸਟ ਕਰਦਾ। ਸਾਡੇ ਜਿਹੜੇ ਆਪਣੇ ਵਪਾਰੀ ਆ, ਵੱਡੀਆਂ ਕੰਪਨੀਆਂ, ਉਹ ਚੱਕ ਕੇ ਪੈਸਾ ਬਾਹਰ ਲਾਈ ਜਾਂਦੇ ਆ ਕਿਉਂਕਿ ਇਹਨਾਂ ਨੂੰ ਇੰਡੀਅਨ ਮਾਰਕੀਟ ਤੇ ਯਕੀਨ ਹੀ ਹੈ ਨਹੀਂਗਾ। ਗੱਲ ਸੁਣ ਲੰਬੜਾ, ਪਹਿਲੋਂ ਤਾਂ ਸਾਡੇ ਜਿੱਡੇ ਵੀ ਲੀਡਰ ਆ ਉਹਨਾਂ ਸਾਰਿਆਂ ਦਾ ਪੈਸਾ ਕਿੱਥੇ ਪਿਆ ਮਾਸਟਰ? ਸਵਿਟਜ਼ਰਲੈਂਡ। ਸਾਰਾ ਬਾਹਰ ਨਿਆਣੇ ਕਿੱਥੇ ਉਹਨਾਂ ਦੇ ਪੜ੍ਹਦੇ ਆ? ਸਵਿਟਜ਼ਰਲੈਂਡ। ਜਿੱਥੇ ਤੇਰੇ ਉਹਨਾਂ ਪੜ੍ਹਦੇ ਆ, ਪ੍ਰਾਪਰਟੀਆਂ ਕਿੱਥੇ ਬਣਾਈਆਂ? ਜਿੱਥੇ ਤੇਰੇ ਆ, ਮੇਰੇ ਕਿੱਥੇ ਹੋਏ? ਮੇਰੇ ਤਾਂ ਨਿਆਣੇ ਵੱਡੇ ਹੋ ਗਏ, ਇੱਥੋਂ ਗਏ ਵਿਚਾਰੇ ਨੌਕਰੀਆਂ ਕਰਦੇ ਜਾ ਕੇ। ਕੈਨੇਡਾ ਹੀ ਕਰਦੇ ਆ। ਹਾਂ ਇੱਦਾਂ ਕਰਦੇ ਆ। ਅੱਛਾ ਫੇਰ ਜਿੰਨੇ ਵੀ ਮਾਸਟਰ ਦੂਜੇ ਆਪਣੇ ਕੀ ਕਹਿੰਦੇ ਹੁੰਦੇ ਆ, ਲੀਡਰ ਹੋ ਗਏ, ਬਿਜ਼ਨਸਮੈਨ ਹੋ ਗਏ, ਸਾਰਿਆਂ ਦੀਆਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਲੰਡਨ ਅਮਰੀਕਾ ਥਾਂ ਦਾ ਆ। ਤਾਂ ਇਨਵੈਸਟ ਕਿਉਂ ਕਰਨਾ ਜਦ ਅਸੀਂ ਖੁਦ ਆਪ ਹੀ ਨਹੀਂ ਆਪਣਾ ਪੈਸਾ ਇਨਵੈਸਟ ਕਰਦੇ? ਬਾਹਰ ਲਾ ਕੇ ਕਿਉਂ ਕਰੂਗਾ ਦੱਸ ਮੈਨੂੰ। ਹੁਣ ਇਹ ਗੱਲ ਹੋ ਗਈ ਜੱਗ ਜ਼ਾਹਰ। ਅੱਛਾ ਮੈਂ ਸਿੱਧੀ ਤੁਹਾਨੂੰ ਗੱਲ ਦੱਸਦਾ, ਨਮੋਸ਼ੀ ਬਹੁਤ ਆ ਦੇਸ਼ ਲਈ। ਸਾਡਾ ਮੁਲਕ ਏਸ਼ੀਆ ਦੀ ਜਿਹੜੀ ਮਾਰਕੀਟ ਆ ਨਾ, ਜਿੱਥੇ ਆਪਾਂ ਕਹਿੰਦੇ ਪੈਸਾ ਇਨਵੈਸਟ ਕਰਨਾ ਆ, ਉਹਦੇ ਵਿੱਚ ਸਭ ਤੋਂ ਹੇਠਲੇ ਨੰਬਰ ਤੇ ਆਇਆ। ਤੇ ਨਾਲ ਤਮਗਾ ਪਤਾ ਕਿਹੜਾ ਮਿਲਿਆ? ਉਹ ਵੀ ਅਸੀਂ -32ਵੇਂ ਨੰਬਰ ਤੇ ਆ। ਅੱਛਾ ਤੁਹਾਡਾ ਭਲਾ। ਹੁਣ ਤੂੰ ਹਿਸਾਬ ਲਾ ਲਾ ਮਾਸਟਰ ਵੀ ਜਿਹੜਾ ਨਿਆਣਾ ਜ਼ੀਰੋ ਤੋਂ ਵੀ 32 ਥੱਲੇ। ਹਾਂ ਹੁਣ ਜਦੋਂ ਮਾਸਟਰ ਕਹਿਣ ਨੂੰ ਮਾਸਟਰ ਇਹਦਾ ਨਿਆਣਾ ਮੋਨ ਲੈ ਕੇ ਹੁਣ ਉਹਦੇ -32 ਨੰਬਰ ਆਏ ਹੁਣ 100 ਦੇ ਪੇਪਰ ਦੇ ਵਿੱਚੋਂ। ਮਾਸਟਰ ਤੂੰ ਦੱਸ ਬਈ -32 ਕਿੱਦਾਂ ਆ ਸਕਦੇ ਆ ਜੇ ਕੋਈ ਮੈਥਸ ਪੜ੍ਹਦਾ? ਜ਼ੀਰੋ ਹੋ ਗਈ, ਉਹ ਜ਼ੀਰੋ ਤੋਂ ਥੱਲੇ ਕਿੱਦਾਂ ਆਉਣੇ ਮਾਰ? ਇਹ ਮੈਨੂੰ ਦੱਸ ਫਿਰ। ਨਾ ਹੁਣ ਡੀ ਗ੍ਰੇਡ ਥੱਲੇ ਨੂੰ ਹੋਈ ਜਾਂਦਾ ਤਾਂ ਮਾਈਨਸ ਤੇ ਆਉਣੀ ਨਹੀਂ ਪਰ ਜੇ ਕੋਈ 5 ਸਵਾਲ ਪਾਏ ਆ, 5 ਸਵਾਲ ਦੇ 5 ਪੁਆਇੰਟ ਆ, 25 ਹੋ ਗਏ। ਹੁਣ ਜੇ ਕੋਈ ਵੀ ਨਹੀਂ ਆ ਤਾਂ ਜ਼ੀਰੋ ਹੋ ਗਿਆ। ਮਾਈਨਸ ਉਦੋਂ ਆਉਂਦੇ ਹੁੰਦੇ ਤਾਂ ਜਦੋਂ ਨੈਗੇਟਿਵ ਮਾਰਕਿੰਗ ਇੱਕ ਕਹਿੰਦੇ ਹੁੰਦੇ ਆ। ਅੱਛਾ ਉਹ ਕੀ ਹੁੰਦਾ, ਜ਼ਿਆਦਾਤਰ ਆਬਜੈਕਟਿਵ ਜਿਹੜੇ ਕੁਐਸਚਨ ਹੁੰਦੇ ਆ, ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਪ੍ਰੀਖਿਆਵਾਂ ਜਿਹਨਾਂ 'ਚ ਨੌਕਰੀਆਂ ਮਿਲਦੀਆਂ, ਅੱਛਾ ਉਹਨਾਂ 'ਚ ਜੇ ਤੁਹਾਡੇ ਮੰਨ ਲਓ ਕਿ ਠੀਕ ਆ ਤੁਹਾਨੂੰ 3 ਨੰਬਰ ਦੇ ਦੇਣੇ ਆ। ਅੱਛਾ ਜੇ ਤੁਹਾਡਾ ਗਲਤ ਆ ਤੁਹਾਡਾ 1 ਪੁਆਇੰਟ ਕੱਟ ਜਾਣਾ। ਅੱਛਾ ਉਹ ਕਈ ਵਾਰੀ ਕੀ ਹੁੰਦਾ ਆ, ਨਲਾਇਕ ਹੁੰਦਾ ਆ, ਨੰਬਰ ਵਰਗਾ ਇੰਨੇ ਬਣੇ ਨਹੀਂ ਹੁੰਦੇ, ਕੱਟ ਜਾਂਦੇ। ਕੱਟ ਜ਼ਿਆਦਾ ਹੋ ਜਾਂਦੇ। ਅੱਛਾ ਅੱਛਾ ਇਹ ਤਾਂ ਦੇਸ਼ ਤੇ ਵੀ ਇਹ ਚੀਜ਼ ਲਾਗੂ ਹੁੰਦੀ ਆ। ਮਾਰਕੀਟ ਇਹ ਦੇਖਦੀ ਆ ਵੀ ਇਹਨੇ ਕਿਹੜੀਆਂ ਪਾਲਿਸੀਜ਼ ਲਿਆਂਦੀਆਂ ਸੀਗੀਆਂ ਤੇ ਜਮਾਂ ਹੀ ਫੇਲ। ਜਾਂ ਨੈਗੇਟਿਵ ਮਾਰਕਿੰਗ ਉੱਥੇ ਹੁੰਦੀ ਹੈ ਜਦੋਂ ਅਸੀਂ ਪਾਲਿਸੀ ਲੈ ਕੇ ਆਉਂਦੇ ਆ, ਫਿਰ ਅਸੀਂ ਪੁੱਛਦਾ ਪਏ ਕਿ ਬਾਸ ਉਹਨੂੰ ਲੈ ਲੈਂਦੇ ਆ ਬਿਨਾਂ ਦੱਸੇ। ਲੋਕਾਂ ਦੇ ਉੱਥੇ ਪੈਸੇ ਲੱਗੇ ਹੁੰਦੇ ਆ। ਸੋ ਇਸ ਗੱਲਾਂ ਸਾਡਾ ਹੁਣ ਮੁਲਕ ਥੱਲੇ ਆ ਗਿਆ। ਲੰਬੜਾ ਥੱਲੇ ਦੇਖ, ਸਿੱਧੀ ਜੀ ਗੱਲ ਆ ਸਾਲ ਪਹਿਲਾਂ ਰੁਪਈਆ ਕਿੱਥੇ ਸੀ? ਸਾਲ ਦੇ ਵਿੱਚ ਰੁਪਈਆ ਕਿੱਥੇ ਆ ਗਿਆ? ਉਦੋਂ ਵੀ ਤੁਹਾਡੀ ਜੇਬ 'ਚ ਸੀ, ਹੁਣ ਵੀ ਤੁਹਾਡੀ ਜੇਬ 'ਚ ਹੀ ਆ। ਉਹ ਯਾਰ ਤੂੰ ਲੰਬੜਾ, ਤੈਨੂੰ ਉਹੀ ਗੱਲ ਫੇਰ ਮੁੜ ਗਿਆ ਕਿ ਪੱਥਰ ਦੇ ਰਿਕਾਰਡ ਵਾਲੀ ਵੀ ਤੂੰ ਕੋਈ ਚੱਜ ਦੀ ਗੱਲ ਕਰਿਆ ਕਰ। ਮੁੱਦਾ ਬੜਾ ਸੀਰੀਅਸ ਆ, ਸੀਰੀਅਸ ਲਾ ਕੇ ਗੱਲ ਕਰ ਮੇਰੇ ਨਾਲ, ਐਵੇਂ ਬੇਤੁਕੀਆਂ ਜਾਂ ਨਾ ਬਾਤ। ਤੂੰ ਮਾਸਟਰ ਤਾਂ ਹੁਣ ਜਿੱਦਾਂ ਇਨਵੈਸਟਮੈਂਟ ਜਿਹੜੀ ਕਰਦਾ ਕੋਈ ਵੀ ਆਉਂਦਾ ਬਾਹਰੋਂ ਕੰਪਨੀ, ਕਿਉਂ ਆਉਣ ਉਹ? ਪਹਿਲਾਂ ਜਦੋਂ ਕੰਪਨੀ ਇਹ ਚਾਹੁੰਦੀ ਆ ਮੈਂ ਪੈਸਾ ਲਾਉਣਾ, ਘੱਟੋ ਘੱਟ ਜਿਹੜਾ ਮੈਂ ਪੈਸਾ ਲਾਉਣਾ ਮੇਰੀ ਪ੍ਰਾਪਰਟੀ ਹੋਣੀ ਆ ਉਹ ਤਾਂ ਸੁਰੱਖਿਅਤ ਰਵੇ। ਮੈਨੂੰ ਇੱਕ ਵੀ ਸਟੇਟ ਦੱਸੋ ਇੰਡੀਆ ਦਾ ਜਿੱਥੇ ਇਹ ਕਹਿ ਦਈਏ ਵੀ ਇਹ ਪੀਸਫੁਲ ਹੈ ਹੀ ਨਹੀਂ। ਕਿਤੇ ਤੁਸੀਂ ਚਾਈਨਾ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਅਮਰੀਕਾ ਚਲੇ ਜਾਓ, ਜਿੱਥੇ ਤੁਹਾਡੀ ਫੈਕਟਰੀ ਆ, ਕਦੀ ਦੇਖਿਆ ਵੀ ਅੱਗ ਲੱਗ ਜਾਊ ਉੱਥੇ? ਨਾ ਵੀ ਲੋਕੀ ਆ ਕੇ ਇੱਥੇ ਸ਼ੀਸ਼ੇ ਤੋੜ ਦੇਣਗੇ। ਸਾਡਾ ਕੋਈ ਇਦਾਂ ਦਾ ਸਟੇਟ ਦੱਸ ਦਿਓ ਜਿੱਥੇ ਉਹ ਬਿਲਕੁਲ ਇਹ ਸੋਚਣ ਵੀ ਹਾਂ ਇੱਥੇ ਜਿਹੜਾ ਪੀਸਫੁਲੀ ਅਸੀਂ ਰਹਿ ਸਕਦੇ ਹਾਂ। ਉਹਨਾਂ ਨੂੰ ਇਹੀ ਨਹੀਂ ਪਤਾ ਵੀ ਅਗਲੇ 10 ਸਾਲ ਸਾਨੂੰ ਇੱਥੇ ਨਹੀਂ ਰੱਖਣਾ ਕਿ ਨਹੀਂ ਰੱਖਣਾ। ਕੱਲ ਨੂੰ ਪਤਾ ਨਹੀਂ ਕੋਈ ਇਦਾਂ ਦੀ ਚੰਗਿਆੜੀ ਸੋਸ਼ਲ ਮੀਡੀਆ ਦੇ ਉੱਤੇ ਛੱਡ ਦਿੱਤੀ, ਲੋਕਾਂ ਨੇ ਇਦਾਂ ਦੇ ਆ ਭੀੜ ਬੇਕਾਬੂ ਹੋ ਜਾਂਦੀ ਆ ਕੇ ਇੱਥੇ ਤੋੜ ਕੇ ਰੱਖ ਦੇਣਾ। ਪਹਿਲੀ ਗੱਲ ਤਾਂ ਆ ਨਾ ਆਉਣ ਦਾ ਕਾਰਨ, ਬਾਕੀ ਦੀਆਂ ਗੱਲਾਂ ਬਾਅਦ ਦੀਆਂ। ਚਾਹੇ ਜਿੱਦਾਂ ਤੁਸੀਂ ਹੁਣ ਕਿਹਾ ਨੰਬਰ ਨੇ ਵੀ ਬਾਹਰ ਵੀ ਬੰਦੇ ਭੇਜਦੇ, ਕਿਉਂ ਪੈਸਾ ਬਾਹਰ ਰੱਖਦੇ ਆ? ਉਹ ਸੁਰੱਖਿਅਤ ਮੰਨਦੇ ਆਪਣੇ ਆਪ ਨੂੰ। ਹਰ ਕੋਈ ਬੰਦਾ ਆਪਣੀ ਸੁਰੱਖਿਆ ਭਾਲਦਾ। ਆਪਣੇ ਨਿਆਣੇ ਬਾਹਰ ਕਿਉਂ ਭੇਜੀ ਜਾਂਦੇ? ਆਪਣਾ ਦੇਸ਼ ਹੈ, ਦਿਲ ਕਰਦਾ ਬਾਹਰ ਭੇਜਣ ਨੂੰ, ਆਪਣੇ ਅੱਖਾਂ ਉੱਲੇ ਕਰ ਦੋ, ਜੀ ਕਰਦਾ ਤਾਂ ਇਹਦਾ ਕਿਉਂ ਭੇਜਣਾ ਪੈਂਦਾ? ਉਹਨਾਂ ਨੂੰ ਪਤਾ ਵੀ ਇੱਥੇ ਆ ਨਸ਼ੇ ਦੇਖੋ, ਗੁਆਂਢੀਆਂ ਦੇ ਮੁੰਡੇ ਲਾ ਦੇਣਾ ਲਿਆ ਕੇ। ਜੇ ਤੁਹਾਡਾ ਮੁੰਡਾ ਗਾਹਾਂ ਪੜ੍ਹਨ ਵੀ ਕਿਤੇ ਲੱਗ ਗਿਆ, ਪਤਾ ਨਹੀਂ ਕਿੱਦਾਂ ਦਾ ਕੋਈ ਕੇਸ ਕੂਸ ਪਾ ਕੇ ਕਿੱਥੇ ਫਸਾ ਦੇਣਾ ਤੁਹਾਨੂੰ। ਮੈਂ ਤੁਹਾਨੂੰ ਉਹ ਗੱਲ ਦੱਸਦਾ, ਆਪਣੇ ਲੱਲੀ ਆਪਣੀ ਰਿਸ਼ਤੇਦਾਰੀ ਆ,
ਰਾਤ ਉਹਨਾਂ ਨੇ ਰੱਖੀਆਂ ਸੀ ਮੱਝਾਂ, 6 ਮੱਝਾਂ ਰੱਖੀਆਂ ਸੀ ਬਹੁਤ ਭਾਰੀਆਂ। ਉਹ ਰਾਤ ਨੂੰ ਆਏ, ਉਹਦੇ 2 ਭਾਈ ਸੀ, 2 ਨੇ ਘਰ ਵਾਲੀਆਂ, ਉਹ ਬੰਨ੍ਹ ਦਿੱਤੇ ਉੱਥੇ। ਕਿਰਪਾਨਾਂ ਉਹਨਾਂ ਦੇ ਕੋਲ, ਬੰਦੂਕਾਂ ਉਹਨਾਂ ਦੇ ਕੋਲ ਹੈ। ਉਹਨਾਂ 2 ਸਾਰੇ ਬੰਨ੍ਹ ਕੇ ਮੰਜਿਆਂ ਦੇ ਉੱਤੇ ਮਜ਼ੇ ਦੇ ਨਾਲ, ਖਾਦ ਪਈ ਸੀ ਬੋਰੀਆਂ 'ਚ, ਹੋਰ ਚੀਜ਼ਾਂ ਪਈਆਂ ਸੀ। ਉਹਦੀ ਜਿਹੜੀ ਟਰਾਲੀ ਲਿਆਂਦੀ ਨਾ, ਉਹਦਾ ਰੈਂਪ ਬਣਾਉਣਾ ਸੀ ਮੱਝਾਂ ਚੜਾਉਣ ਨੂੰ, ਕਿੰਨਾ ਚਿਰ ਲੱਗਾ ਉਹ ਖਾਦ ਦੇ ਬੋਰੇ ਢੋ ਢੋ ਕੇ ਰੈਂਪ ਬਣਾਇਆ। 4 ਮੱਝਾਂ ਲੈ ਗਏ, ਨਾਲ ਲੈ ਗਏ ਆਪਣੇ ਉਹ ਕੱਟੀ, ਪਤਾ ਨਹੀਂ ਲੱਗਾ ਦੇਖੋ ਉਹ ਲੈ ਕੇ ਚੱਲ ਗਿਆ। ਭਈ ਹੈਰਾਨੀ ਸੀ ਵਿਚਾਰੀ ਕੁੱਟੀ, ਉਹਨੇ ਬੰਨ੍ਹਤਾ ਵੀ ਜੇ ਤੂੰ ਕਿਸੇ ਕੋਲ ਗੱਲ ਕੀ ਤੈਨੂੰ ਮਾਰ ਦੇਣਾ ਸੀ ਇੱਥੇ। ਅੱਧ ਨਹੀਂ ਲੈ ਗਏ, ਆਪਣੇ ਰਾਤ ਨੂੰ ਲੈ ਗਏ, ਪਰ ਦੁਨੀਆ ਕੁਛ ਵੀ ਨਹੀਂ ਕਰ ਸਕਦੀ। ਦੂਜਾ ਗੱਲ ਇਹ ਆ ਤਾਇਆ, ਸਿਕਿਉਰਿਟੀ ਕਿੱਥੇ ਆ? ਬਾਹਰਲੇ ਦੇਸ਼ ਵਿੱਚ ਸਾਡੀ ਪ੍ਰਾਪਰਟੀ ਗੁਆਚ ਗਈ ਤਾਂ ਆਹੋ ਤੁਹਾਨੂੰ ਕਲੇਮ ਮਿਲ ਜਾਣਾ, ਇੱਥੇ ਕੁਛ ਵੀ ਨਹੀਂ ਮਿਲਣਾ। ਇੱਥੇ ਕੁਝ ਵੀ ਨਹੀਂ ਮਿਲਣਾ। ਕਿਸੇ ਦੀ ਮੱਝ ਕੋਈ ਖੋਲ ਕੇ ਲੈ ਗਿਆ, ਟਰਾਂਸਫਾਰਮਰ ਚੱਕ ਕੇ ਲੈ ਜਾਂਦੇ ਰਾਤੋਂ ਰਾਤ। ਬਿਜਲੀ ਬੋਰਡ ਵਾਲੇ ਤੁਹਾਡੇ ਕਹਿ ਸਮਝਦਾ ਤੁਹਾਡੀ ਜੇ ਮਹੀਨੇ ਦੇ ਵਿੱਚ ਲੱਗ ਜਾਵੇ ਪੈਸੇ ਦੇ ਕੇ ਵੀ ਟਰਾਂਸਫਾਰਮਰ ਇਹ ਬੜਾ ਯਾਰ ਮੰਦਾ ਹਾਲ ਆ। ਐਵੇਂ ਨਹੀਂ ਲੋਕੀ ਬਾਹਰ ਭੱਜੀ ਜਾਂਦੇ ਇੱਥੋਂ। ਮੈਂ ਤਾਂ ਹੁਣ ਆਪ, ਮੇਰਾ ਦਿਲ ਬੜਾ ਉਦਾਸ ਰਹਿੰਦਾ। ਮੈਂ ਦੱਸਾਂ ਕੀ ਆ ਹੁਣ, ਤੈਨੂੰ ਮਾਸਟਰ ਚੇਤਾ ਹੋਣਾ, ਲੰਬੜ ਤੂੰ ਵੀ ਨਾਲ ਤੂੰ ਆਪਾਂ ਸੀ ਮਾਸਟਰ ਜਦੋਂ ਆਪਾਂ ਆਸਟ੍ਰੇਲੀਆ ਨੂੰ ਗਏ ਸੀ। ਮੈਂ ਲੈ ਕੇ ਗਿਆ ਤੈਨੂੰ, ਤੂੰ ਲੈ ਕੇ ਤਾਂ ਗਿਆ ਹੋਊਗਾ ਜਦੋਂ ਮੁੜ ਕੇ ਆਉਂਦੇ ਸੀ ਆਪਾਂ। ਆਹੋ ਹੁਣ ਮਾਸਟਰ ਦੇਖ, ਹੁਣ ਜਦੋਂ ਅਸੀਂ ਸਿੰਗਾਪੁਰ ਪਹੁੰਚੇ, ਸਿੰਗਾਪੁਰ ਤੋਂ ਆਸਟ੍ਰੇਲੀਆ ਨੂੰ ਜਾਣਾ ਸੀ ਜਹਾਜ਼ 'ਚ, ਉਹ ਸਾਰੇ ਉਹ 'ਚ ਗੋਰੇ, ਮੈਂ ਤਾਂ ਲੰਬੜ, 5-7 ਹੋਰ ਹੋਣਗੇ ਇੰਡੀਅਨ, ਉਹਨੇ 5-10 ਚੀਨੇ ਹੋਣਗੇ, ਬਾਕੀ ਸਾਰੇ ਗੋਰੇ। ਹੁਣ ਜਦੋਂ ਸਿੰਗਾਪੁਰ ਤੋਂ ਉੱਧਰੋਂ ਅਸੀਂ ਮੁੜ ਕੇ ਆਏ, ਸਿੰਗਾਪੁਰ ਤੋਂ ਇੰਡੀਆ ਨੂੰ ਫਲਾਈਟ ਫੜੀ, ਉਹ 'ਚ ਸਾਰੇ ਹੀ ਇੰਡੀਅਨ। ਮੈਂ ਕਿਹਾ ਗੋਰੀ ਜੀ ਸੀ, ਬੁੜੀ ਜੀ ਸਿਆਣੀ ਜੀ, ਇੱਕ ਤਾਂ ਗੋਰਾ ਹੋਊਗਾ ਬਸ, ਦੈਟਸ ਇਟ। ਤਾਇਆ ਹੁਣ ਮੈਨੂੰ ਅੰਦਾਜ਼ਾ ਲਾ, ਸੀਟਾਂ ਵੀ ਖਾਲੀ ਥੋੜ੍ਹੀਆਂ। ਚਲੋ ਖਾਲੀ ਤਾਂ ਛੱਡ, ਪਰ ਕੋਈ ਗੱਲ ਨਹੀਂ। ਹੁਣ ਤੂੰ ਮੈਨੂੰ ਅੰਦਾਜ਼ਾ ਦੱਸ, ਜੇ ਇੰਡੀਆ ਸੋਹਣੀ ਡੈਸਟੀਨੇਸ਼ਨ ਹੋਵੇ ਤਾਂ ਕਿੰਨੇ ਗੋਰੀਆਂ ਦੇਖਣ ਨੂੰ ਹੋਣਗੇ ਕਰਨ। ਏਅਰਪੋਰਟ ਤੁਸੀਂ ਆ ਜਾਂਦੇ ਆ, ਉੱਥੇ ਤੁਹਾਨੂੰ 5-10% 10% ਵਾਲੇ ਆ, 5% ਮਸੀਂ ਗੋਰੇ ਹੁੰਦੇ, ਬਾਕੀ ਸਾਰੇ ਆਪਣੇ ਹੁੰਦੇ। ਇਹ ਤੁਹਾਨੂੰ ਕੀ ਦੱਸਦਾ? ਸਾਡੇ ਮੁਲਕ 'ਚ ਕੋਈ ਹੋਲਡ ਕਰਨ ਆਉਂਦਾ ਹੀ ਨਹੀਂ ਬਾਹਰੋਂ ਗੋਰਾ। ਅਸੀਂ ਹੀ ਜਾਂਦੇ ਹਾਂ ਆਪਣੇ ਪਿੰਡਾਂ ਨੂੰ, ਜਾਂ ਜਿਹੜੇ ਆਪਣੇ ਰਿਸ਼ਤੇਦਾਰ ਬਾਹਰ ਗਏ ਆ ਉਹੋ ਹੀ ਆਉਂਦੇ ਆ। ਬਹੁਤ ਵੱਡੇ ਪੱਧਰ ਤੇ ਮੁਲਕ ਦੀ ਬਦਨਾਮੀ ਹੋਈ। ਕੋਈ ਵੀ ਇੱਥੇ ਆਉਣ ਤੋਂ ਪਹਿਲਾਂ ਡਰਦਾ ਆ, ਕਿਉਂਕਿ ਪਤਾ ਨਹੀਂ ਕੀ ਹੋ ਜਾਣਾ। ਸਿਕਿਉਰਿਟੀ ਕੋਈ ਨਹੀਂ, ਸਿਕਿਉਰਿਟੀ ਕੋਈ ਨਹੀਂ ਹੈਗੀ। ਕਿੰਨੇ ਕਿੰਨੇ ਕੇਸ ਹੋ ਚੁੱਕੇ ਆ ਜਾਂਦਾ ਆਪਣੇ ਇੱਥੇ ਇੰਡੀਆ ਦੇ ਵਿੱਚ ਘੁੰਮਣ ਆ ਜਾਂਦੇ ਗੋਰੇ, ਉਹ ਵੀਡੀਓ ਬਣਾਈ ਜਾਂਦੇ ਆ ਜਿੱਦਾਂ ਵੀ ਕਿਤੇ ਚੰਨ ਤੋਂ ਉਲਝੇ ਹੋਆ ਵੀ ਚੰਨ ਤੋਂ ਕੋਈ ਬੰਦਾ ਆਇਆ, ਅੱਛਾ ਜੀ ਕੀ ਕਰਦੇ, ਟੁੱਟੀ ਭੱਜੀ ਅੰਗਰੇਜ਼ੀ ਉਹਨਾਂ ਨਾਲ ਬੋਲੀ ਜਾਂਦੇ ਆ, ਡਿਸਟਰਬ ਕਰੀ ਜਾਂਦੇ ਆ। ਹੁਣ ਤੁਹਾਨੂੰ ਕੋਈ ਬਾਹਰ ਦੇਸ਼ ਦੇ ਵਿੱਚ ਕੋਈ ਇਦਾਂ ਡਿਸਟਰਬ ਕਰਿਆ, ਅਗਲਾ ਕਹਿੰਦਾ ਮੈਂ ਯਾਰ ਕਾਹਤੇ ਜਾਣਾ। ਲੋਕੀ ਜਾਂਦੇ ਆ ਹੁਣ ਘੁੰਮਣ, ਯੂਰਪ ਕਿਉਂ ਇੰਨਾ ਪੈਸਾ ਕਮਾਈ ਜਾਂਦਾ, ਆਸਟ੍ਰੇਲੀਆ ਕਿਉਂ ਇੰਨਾ ਪੈਸਾ ਕਮਾਈ ਜਾਂਦਾ ਟੂਰਿਜ਼ਮ ਤੇ। ਹੁਣ ਤੁਸੀਂ ਸਿੰਗਾਪੁਰ ਦੀ ਗੱਲ ਕੀਤੀ ਆ, ਸਿੰਗਾਪੁਰ ਹੈ ਕਿ ਛੋਟਾ ਜਿਹਾ ਪੁਆਇੰਟ ਹੈ, ਉਹ ਕਿੱਦਾਂ ਚੱਲੀ ਜਾਂਦਾ ਟੂਰਿਜ਼ਮ ਕਰਕੇ। ਆ ਦੁਬਈ ਦੀ ਰੱਖ ਲਓ ਗੱਲ, ਘੱਟੋ ਘੱਟ, ਕਿਉਂਕਿ ਸੇਫ ਆ ਤੁਸੀਂ ਉੱਥੇ। ਇਹ ਪਤਾ ਕੀ ਆ, ਹਰ ਇੱਕ ਬੰਦੇ ਨੂੰ ਆਪੋ ਧਾਈ ਪਈ ਹੋਈ ਆ। ਉਹ ਕਹਿੰਦਾ ਜਿੱਥੋਂ ਵੀ ਪੈਸਾ ਬਣਦਾ ਮੈਂ ਬਣਾ ਲਵਾਂ, ਜੇ ਭਰ ਲਵਾਂ। ਕੱਲ੍ਹ ਦਾ ਨਹੀਂ ਪਤਾ, ਕੱਲ੍ਹ ਦਾ ਨਹੀਂ ਪਤਾ ਕਰਕੇ ਨਾ ਅਸੀਂ ਕਿਸੇ ਪਾਸੇ ਨਹੀਂ ਲੱਗੇ। ਜੇ ਸਰਕਾਰ ਲੰਬੜਾ, ਮੇਰੀ ਗੱਲ ਸੁਣੀ ਧਿਆਨ ਦੇ ਨਾਲ, ਤੂੰ ਵੀ ਆਉਂਦਾ ਜਾਂਦਾ ਰਹਿਣਾ, ਮੈਂ ਬੈਠਾ ਰਹਿਣਾ। ਜੇ ਨਾ ਸਰਕਾਰ ਚਾਹਵੇ, ਸੱਚੇ ਦਿਲੋਂ ਚਾਹਵੇ ਅਸੀਂ ਕਰਪਸ਼ਨ ਬੰਦ ਕਰਨੀ ਆ, ਬੜਾ ਚਿਰ ਨਹੀਂ ਲੱਗਦਾ। ਸਭ ਤੋਂ ਇਹ ਕਰਪਸ਼ਨ ਉੱਪਰੋਂ ਬੰਦ ਹੋਣੀ, ਥੱਲਿਓਂ ਨਹੀਂ। ਪ੍ਰਾਈਮ ਮਿਨਿਸਟਰ ਕਹਿੰਦਾ ਆਪਣੇ ਮਿਨਿਸਟਰਾਂ ਨੂੰ ਵੀ ਜੇ ਤੁਹਾਡੇ ਜੋ ਕਿਸੇ ਨੇ ਵੀ ਕੀਤਾ ਮੈਂ ਤੁਹਾਨੂੰ ਬਾਹਰ ਕੱਢ ਦੇਣਾ। ਉਹ ਜਾ ਕੇ ਆਪਣੇ ਮਹਿਕਮੇ 'ਚ ਕਹਿੰਦੇ ਆ ਲੀਡਰਾਂ ਨੂੰ ਕਿ ਤੁਸੀਂ ਜੇ ਆ ਕਿਤੇ ਮਾੜੀ ਕਰਪਸ਼ਨ ਹੋਈ ਤਾਂ ਮੈਂ ਤੁਹਾਨੂੰ ਬਾਹਰ ਕੱਢ ਦੇਣਾ। ਇਹੀ ਤੂੰ ਥੱਲੇ ਤੱਕ ਆ ਜਾ, ਸਾਰੇ ਡਰੂ ਵੀ ਬੜੇ ਆ ਸਾਡੇ, ਸਾਰੀ ਕਰਪਸ਼ਨ ਬੰਦ ਹੋ ਜਾਏ, ਪਰ ਨਹੀਂ ਕਰਨੀ। ਤਾਇਆ ਇੱਕ ਵੀ ਸਰਕਾਰ ਜਿਹੜੀ ਆ ਲੋਕਾਂ ਦੇ ਹਿੱਤਾਂ ਲਈ ਸੰਜੀਦਾ ਨਹੀਂ ਹੈ। ਜਿਹੜੀ ਮਰਜ਼ੀ ਲੈ ਆਓ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਪ ਹੋਵੇ, ਅਕਾਲੀ ਹੋਣ, ਕੋਈ ਹੁਣ ਬੀਜੇਪੀ ਹੋਵੇ, ਸਾਰੇ ਲੋਕਾਂ ਨੂੰ ਲੁੱਟਣ ਦੇ ਲੱਗੀ ਹੋਆ। ਮੈਨੂੰ ਇੱਕ ਗੱਲ ਦੱਸੋ, ਇਹ ਤਾਇਆ ਬੜਾ ਪਾਈਆ ਦੀ ਬੱਟੀਆਂ ਨੂੰ ਉੱਭਰੀ ਜਾਂਦਾ, ਇਹ ਵਿੱਚੇ ਬੀਜੇਪੀ ਨੂੰ ਮਲ ਗਿਆ, ਵਿੱਚੇ ਬੌਕਰ ਵਾਲਿਆਂ ਨੂੰ ਵੀ ਮਲ ਗਿਆ, ਤਾਂ ਕਿ ਮਤਲਬ ਕਿੱਦਾਂ? ਉਹ ਗੱਲ ਸੁਣ, ਤੂੰ ਵੀ ਚੱਕ ਲੈ। ਤੇਰੇ ਅੰਗ ਥੋੜੋ, ਜਿੱਥੇ ਗਲਤੀ ਦੇਖੀ ਦੀ ਆ ਉੱਥੇ ਬੋਲੀ ਦਾ। ਤੇਰੇ ਅੰਗ ਨਹੀਂ ਚਾਲਪੂਸੀ ਕਰਨੀ ਵੀ ਇੱਥੋਂ 2 ਪੱਤੀਆਂ ਮਿਲ ਗਈਆਂ, ਇੱਧਰੋਂ ਮਿਲ ਗਿਆ, ਉੱਧਰ ਬਣ ਗਿਆ, ਗੰਗਾ ਗਿਆ ਤਾਂ ਗੰਗਾ ਰਾਮ, ਜਮਨਾ ਗਿਆ ਤਾਂ ਜਮਨਾ ਰਾਜ। ਕੱਲ ਨੂੰ ਇਹਨੇ ਪਾਰਟੀ ਇਹਨਾਂ ਦੀ ਬੌਕਰੇ ਨੇ ਜੁਆਇਨ ਕਰ ਲਈ, ਇਹਨੇ ਬੀਜੇਪੀ ਜੁਆਇਨ ਕਰ ਲਈ, ਮੰਨ ਲਓ ਇਹਨੇ ਬੱਤੀਆਂ ਮਾਈਨਸ ਕੀਤੇ ਆ, ਇਹਨੇ ਪਲੱਸ ਕਰ ਦੇ। ਉੱਥੇ ਬਹੁਤ ਅੰਧ ਭਗਤ ਇਦਾਂ ਹੀ, ਉਹ ਕਹਿੰਦੇ ਆ ਜੀ ਸਾਡਾ ਤਾਂ ਦੇਸ਼ ਜਿਹੜਾ ਸਵਰਗਾਂ ਦੇ ਵਿੱਚ ਚਲੇ ਗਿਆ। ਇੱਥੇ ਵੀ ਗੱਲਾਂ ਜੇ ਤੁਸੀਂ ਸੁਣੋ, ਇੱਥੇ ਕਹੋਗੇ ਇੰਡੀਆ ਕਾਹਤੇ ਛੱਡ ਕੇ ਜਾਂਦੇ ਆ ਬਾਹਰ। ਉਹ ਜੇ ਤੁਸੀਂ ਆ ਬਾਹਰਲੇ ਲੋਕ ਇੱਥੇ ਆ ਗਏ, ਇੱਥੇ ਭੁੱਖਮਰੀ ਪੈ ਜਾਣੀ ਆ। ਇਹਦਾ ਸ਼ੁਕਰ ਆ ਬਾਹਰਲੇ ਦੇਸ਼ਾਂ ਨੇ ਅਡਾਪਟ ਕਰ ਲਿਆ ਪੰਜਾਬ ਦੇ ਲੋਕ। ਅਜੇ ਵੀ ਆਪਣੇ ਕੋਲ 3 ਕਰੋੜ ਆ, 3 ਕਰੋੜ ਬਾਹਰ ਬੈਠਾ ਹੁਣ।
ਜੇ 3 ਕਰੋੜ ਦਾ ਮਤਲਬ ਕੀ ਹੋਇਆ 6 ਕਰੋੜ ਬੰਦੇ ਨੂੰ ਇੱਥੇ ਰੋਟੀ ਮਿਲ ਜੂ ਪੰਜਾਬ 'ਚ। ਮੈਂ ਕਿਹਾ ਮੰਜਾ ਡਾਉਣ ਨੂੰ ਨਹੀਂ ਮਿਲਣਾ। ਤੁਹਾਨੂੰ ਤਾਂ ਨਹੀਂ ਮਿਲਣਾ। ਆਹ ਜਿਹੜੇ ਰੌਲਾ ਪਾਉਂਦੇ ਆ ਬਾਹਰ ਨੂੰ ਨੱਠੀ ਜਾਂਦੇ ਬਾਹਰ ਨੂੰ ਨੱਠੀ ਜਾਂਦੇ ਆ। ਹੁਣ ਜਦੋਂ ਫੇਰ ਉੱਥੇ ਗੱਲ ਆ ਜਾਂਦੀ ਤਾਇਆ ਜਦੋਂ ਸਿਕਿਉਰਿਟੀ ਇੱਕ ਚਾਹੀਦੀ ਆ। ਹੁਣ ਆਹ ਗਵਰਨਮੈਂਟ ਨੇ ਚਲਾਈ ਸੀ ਸਕੀਮ ਬਈ 10 ਲੱਖ ਤੱਕ ਅਸੀਂ ਇਲਾਜ ਫ੍ਰੀ ਕਰਾਉਣਾ। ਆਹੋ ਪਹਿਲਾਂ ਤਾਂ ਬੰਦੇ ਨੂੰ ਇਹੀ ਆ। ਹੁਣ ਆ ਬੈਠੇ ਆਪਾਂ ਇੱਥੇ ਕਿਸੇ ਨੂੰ ਕੋਈ ਵੀ ਰੱਬ ਨਾ ਕਰੇ ਕੁਝ ਹੋ ਜਾਂਦਾ ਹਸਪਤਾਲ ਜਾਣਾ ਉਹ ਨਹੀਂ ਪਹਿਲਾਂ ਹੈਗਾ ਨਾ ਪੈਸੇ ਇੰਨੇ ਲਿਆਓ। ਹੁਣ ਇਹਦੀ 10 ਲੱਖ ਦੀ ਸਕੀਮ ਹੈ ਲੰਬੜਾ ਹੁਣ ਦੱਸ ਦੇ ਕਿੰਨੇ ਕੁ ਚੱਲ ਗਏ ਇਹਦੇ ਤਾਇਆ ਉਹਦੇ ਵਿੱਚ ਲੋਚਾ ਆ ਲੋਚਾ ਸਭ ਕਹੇ ਪਾਰਟੀ ਤਾਂ ਤੁਹਾਡੀ ਹੋਈ ਹੈ ਚੱਲ ਸਾਡੀ ਗੱਲ ਕਿਹੜਾ ਅੰਸ਼ੁਮਨ ਕਾਰਡ ਆ ਕੇਂਦਰ ਪਰ ਸਾਡੀ ਗੱਲ ਪਰ ਗੱਲ ਕਰ ਮਾਟਰ ਕੰਪਲੇਂਟ ਅੰਸ਼ੁਮਨ ਕਾਰਡ 'ਚ ਵੀ ਬਹੁਤ ਆਉਣ ਡਈ ਹੈ ਉਹਨੂੰ ਵੀ ਜਵਾਬ ਹੋਣ ਡਿਆ ਹੁਣ ਤੁਹਾਡੀ ਸਰਕਾਰ ਦੀ ਨਲਾਇਕੀ ਮੈਂ ਤਾਂ ਇਸ ਵਕਤ ਹੁਣ ਸੈਂਟਰ ਵਾਲਾ ਫਰੋਲਣ ਲੱਗਾ ਸੀਗਾ ਤਾਂ ਜਿਹਨੂੰ ਕਹਿੰਦਾ ਵੀ ਮੈਂ ਉਹਦੀ ਪਾਰਟੀ ਦਾ ਆ ਹੁਣ ਬਾਬਿਆਂ ਦੀ ਗੱਲ ਕਰ ਲੈਂਦੇ ਆ ਇਹਨਾਂ ਦਾ ਕਾਰਡ ਪੀਜੀਆਈ ਨੇ ਰਿਜੈਕਟ ਕਰਤਾ ਸਾਰਿਆਂ ਨੇ ਕਰ ਦੇਣਾ ਜਿਹੜੇ ਠੀਕ ਠਾਕ ਹਸਪੀਟਲ ਹੈ ਮੈਂ ਨਾਂ ਨਹੀਂ ਲੈਣਾ ਹੈਗਾ ਇੱਧਰ ਦਬਾਬਾ ਪੱਟੀ ਜਿੰਨੇ ਮਰਜ਼ੀ ਨਿਕਲ ਜਾਓ ਅਗਲੇ ਪਹਿਲੇ ਮੂੰਹ ਮੋੜ ਲੈਂਦੇ ਕਿ ਭਾਈ ਜੇ ਪੱਲੇ ਪੈਸੇ ਹੈਗੇ ਤਾਂ ਕਰ ਦੇਣੇ ਨਹੀਂ ਤਾਂ ਨਹੀਂ ਨਹੀਂ ਜਾ ਪਰ ਇਹ ਬੌਕਰ ਵਾਲੇ ਐਡੇ ਪਤੰਦਰ ਆ ਹਜੇ ਵੀ ਜਿਹੜਾ ਹੁਣ ਪ੍ਰੋਗਰਾਮ ਹੋ ਗਿਆ ਹਟਿਆ ਆਜ਼ਾਦੀ ਦਿਵਸ ਦਾ ਉਹ 5 ਦਾੜਿਆਂ ਵਾਲੇ ਬਜ਼ੁਰਗ ਜਿਹੇ ਬਾਬੇ ਬਾਬੇ ਲਿਆਂਦੇ ਸੀ। ਪਵਾਤੇ ਤੇ ਇਹਨਾਂ ਨੇ ਪਤਾ ਕੀ ਕਿਹਾ ਬਾਬੇ ਭੰਗੜਾ ਪਾਉਂਦੇ ਇਹਨਾਂ ਦੇ ਕਹਿੰਦੇ ਉਹ ਜੀ ਉਹ ਚੇਂਜ ਕੀਤੇ ਆ ਗੋਡੇ ਤੇ ਉਸ ਕਾਰਡ ਦੇ ਵਿੱਚੋਂ ਚੇਂਜ ਹੋਏ ਆ ਤੇ ਉਹਦਾ ਜਦੋਂ ਫਿਰ ਵਿੱਚੋਂ ਪਤਾ ਲੱਗਾ ਉਹ ਤਾਂ ਮਹਿਕਮੇ ਦੇ ਬੰਦੇ ਸੀ ਇੱਕ 2 ਰਿਟਾਇਰ ਡਰਾਈਵਰ ਸੀਗੇ ਇਹਨਾਂ ਦੇ ਮਤਲਬ ਲੋਕਾਂ ਨੂੰ ਡਰਾਈਵਰਾਂ ਦੇ ਟਰੈਕਟਰਾਂ ਦੇ ਟਾਇਰ ਚੇਂਜ ਕੀਤੇ ਸੀ ਭੁਲੇਖਾ ਲੱਗ ਗਿਆ ਉਹਨੇ ਕਿਹਾ ਗੋਡੇ ਚੇਂਜ ਕੀਤੇ ਨੇ ਨਹੀਂ ਇਹ ਹੁਣ ਸਰਕਾਰ ਨੂੰ ਚਾਹੀਦਾ ਵੀ ਮਤਲਬ ਕਿ ਤੁਸੀਂ ਇੰਨਾ ਹੀ ਭੁਲੇਖਾ ਪਾਉਂਦੇ ਆ ਲੋਕਾਂ ਨੂੰ ਉੱਦਾਂ ਕਹਿ ਦੋ ਵੀ ਸਾਡਾ ਮਨਸੂਬਾ ਆਇਆ ਵੀ ਅਸੀਂ ਐਦਾਂ ਤੁਹਾਨੂੰ ਰਾਜੀ ਪੁਸ਼ੀ ਕਰ ਦਾਂਗੇ ਨੰਬਰ ਤੇ ਮੈਂ ਗੱਲ ਸੁਣ ਇਹ ਡੁੱਬੀ ਤਾਂ ਜੇ ਸਾਹ ਨਾ ਆਇਆ ਆਜ਼ਾਦੀ ਮਿਲਣ ਨੂੰ ਕਿੰਨਾ ਸਾਲ ਹੋ ਗਿਆ 80 ਸਾਲ 80 ਸਾਲਾਂ ਚ ਸਾਡੇ ਵੋਟਾਂ ਪਾਉਣ ਨੂੰ ਹੀ ਪਤਾ ਲੱਗਿਆ ਵੋਟ ਕਿਹਨੂੰ ਪਾਉਣੀ ਸਾਰੀ ਗੱਲ ਤਾਂ ਇੱਥੇ ਆ ਕੇ ਡੁੱਬਦੀ ਹੈ ਸਾਰੇ ਬੰਦਿਆਂ ਨੂੰ ਦੇਖ 4 ਸਾਲ ਤੇ 11 ਮਹੀਨਿਆਂ ਨੂੰ ਤੁਹਾਨੂੰ ਪੁੱਛਣਾ ਨਹੀਂ ਜਿਹੜਾ ਅਖੀਰਲਾ ਮਹੀਨਾ ਆ ਉਹ ਸੜਕਾਂ ਦੇ ਵੀ ਪਤਲਾ ਲੋਕ ਪਾ ਦੇਣਾ ਆ ਬੀਬੀਆਂ ਨੂੰ 1500 ਦੇ ਦਿੱਤਾ 500 ਦੇ ਜੋ ਦੇ ਦਿੱਤਾ ਉਹ ਵੀ ਦੇ ਦੇਣਾ ਆ ਮਗਰ ਉਹ ਸ਼ਰਾਬ ਬਣ ਦੇਣੀ ਆ ਤੇ ਸਾਡੇ ਸ਼ਰਾਬ ਦੇ ਲਾਲਚ ਨੂੰ ਇੱਕ ਤਾਂ ਸ਼ਰਾਬ ਸਾਰੀ ਉੱਦਾਂ ਹੀ ਸਿਹਤ ਲਈ ਮਾੜੀ ਹੈ ਫਿਰ ਸ਼ਰਾਬ ਦੇ ਲਾਲਚ ਨੂੰ ਇੱਕ 4-500 ਦੀ ਬੋਤਲ ਹੀ ਬੰਦਾ ਮਾਨ ਵੇਚ ਦਿੰਦਾ ਮੁੱਲ 5 ਸਾਲ ਤੋਂ ਗਰਬੀ ਫੇਰ ਰੱਖ ਦਿੰਦੀ ਉਹ ਠੀਕ ਆ ਜੇ ਬੌਕਰ ਵਾਲੇ ਨਹੀਂ ਕੰਮ ਕੀਤਾ ਬਦਲੋ ਇਹ ਕਿਸੇ ਹੋਰ ਪਾਰਟੀ ਨੂੰ ਜਿਹਨੂੰ ਮਰਜ਼ੀ ਦੇ ਦਿਓ ਚਾਂਸ ਇਹਨੂੰ ਪਤਾ ਲੱਗ ਜਾਏ ਵੀ ਜੇ ਤੁਸੀਂ ਨਹੀਂ ਕੁਝ ਕੀਤਾ ਤਾਂ 5 ਸਾਲਾਂ ਬਾਅਦ ਤੁਹਾਡਾ ਪੱਤਾ ਸਾਫ਼ ਨਹੀਂ ਦੇਖ ਪਤਾ ਤਾਂ ਕੀ ਲੱਗਣਾ ਹੁਣ ਇਹਦੀ ਗੱਲ ਨੂੰ ਹਰ ਵਾਰੀ ਇੱਕ ਡਾਇਲੌਗ ਬੋਲਦਾ ਇਹੋ ਲੰਬੜ ਤੇ ਯਕੀਨ ਕਰ ਲੰਬੜ ਪੜਿਆ ਲਿਖਿਆ ਆ ਮੇਰੀ ਇੱਜ਼ਤ ਕਰਿਆ ਕਰੋ ਕੱਲ ਘਰ ਆਏ ਨੂੰ ਕਹਿ ਬੈਠਾ ਵੀ ਤੂੰ ਮੇਰੀ ਇੱਜ਼ਤ ਨਹੀਂ ਕਰਦੀ ਉਹ ਕਹਿੰਦੀ ਵੀ ਸਾਰਿਆਂ ਦੀ ਇੱਜ਼ਤ ਕਰ ਤੂੰ ਮੇਰੀ ਨਹੀਂ ਤੂੰ ਕਰਦੀ ਉਹ ਕਹਿੰਦੀ ਮੇਰੇ ਤੇ ਮਾਂ-ਬਾਪ ਦੇ ਸੱਸ ਸਹੁਰਾ ਉਹ ਮੇਰੇ ਮਾਂ-ਬਾਪ ਦੀ ਥਾਂ ਆ ਇਹਨਾਂ ਨੂੰ ਤਾਂ ਇੱਜ਼ਤ ਕਰਦੀ ਆ ਦੇਰ ਮੇਰੇ ਭੈਣ ਭਰਾਵਾਂ ਹੀ ਥਾਂ ਆ ਨਨਾਣ ਮੇਰੀ ਭੈਣਾਂ ਹੀ ਥਾਂ ਆ ਤੂੰ ਤਾਂ ਬਰੀਜ ਮਿਲਿਆ ਤੇਰੀ ਕਾ ਬਰੀਜ ਦੀ ਕਾਹਦੀ ਇੱਜ਼ਤ ਇਹਦੀ ਬਰੀਜ ਦੀ ਕਾਹਦੀ ਇੱਜ਼ਤ ਤਾਇਆ ਇਹਨੂੰ ਗੱਲਾਂ ਬਾਏ 4 ਇੱਕ ਫ੍ਰੀ ਨਹੀਂ ਇਹਨੂੰ ਆਉਂਦੀਆਂ ਮੈਨੇਜਰ ਨੂੰ ਗੱਲਾਂ ਪੈਸੇ ਇਹਨੇ ਚੰਗੇ ਥੱਲੇ ਬਣਾਏ ਹੋਆ ਹੁਣ ਟਾਇਰ ਮਾਰਦਾ ਮੌਜਾਂ ਇਹਦੇ ਘਰ ਹਾਲਾਤ ਐ ਆ ਵੀ ਇੱਕ ਗਾਣਾ ਨਹੀਂ ਸੀਗਾ ਸੁਖਵਿੰਦਰ ਦਾ ਜਿੱਦਣ ਦੀ ਆ ਗਈ ਸ਼ਾਮ ਨੂੰ ਸਾਡਾ ਮੰਜਾ ਕਿੱਕਰ ਥੱਲੇ ਉਹ ਇਹਦਾ ਤਾਂ ਕਿੱਕਰ ਥੱਲੇ ਵੀ ਹੈ ਨਹੀਂਗਾ ਇਹ ਤਾਂ ਪੁੰਜਾ ਹੀ ਹੁੰਦਾ ਇਦਾਂ ਹੀ ਇਹ ਕਿੱਕਰ ਮੈਂ ਲਵਾਈ ਨਹੀਂ ਤੇ ਕਿੱਕਰ ਥੱਲੇ ਹੋਣਾ ਕਿੱਥੋਂ ਆ ਤੂੰ ਟਕਿਆ ਰਿਹਾ ਕਰ ਦੇਸ਼ ਦੇ ਹੈਗੇ ਹਾਲਾਤ ਖਰਾਬ ਆ ਅੱਛਾ ਮਾਟਰਾ ਜੋਗੀ ਕਹਿੰਦਾ ਮੈਂ ਤਾਂ 50,000 ਰੁਪਇਆ ਪਾਉਣਾ ਤੀਵੀਆਂ ਦੇ ਖਾਤਿਆਂ 'ਚ ਜੋਗੀ ਕਿਹੜਾ ਉੱਤਰ ਪ੍ਰਦੇਸ਼ ਆ ਹਾਂਜੀ ਜੋਗੀ ਤੁਹਾਡਾ ਹੀ ਹੋਣਾ ਕਹਾਂ ਜਾ ਕੇ ਸਾਡਾ ਕਦੋਂ ਬਣ ਗਿਆ ਜੀ ਕੱਲ ਤੱਕ ਤਾਂ ਤੇਰਾ ਸੀ ਉਹ ਨਹੀਂ ਇੱਕ ਪਾਸੇ ਦੇਖੋ ਸਰਕਾਰ ਦੀਆਂ ਬੀਜੇਪੀ ਦੀਆਂ ਚਾਹੇ ਡਬਲ ਇੰਜਣ ਹੀ ਆ ਜੀ ਬਾਬਾ ਬਾਹਲਾ ਜਗ੍ਹਾ ਤੇ ਇਹਨਾਂ ਦੀਆਂ ਨਲਾਇਕੀਆਂ ਤੇ ਨਲਾਇਕੀਆਂ E20 ਦੀ ਉਧਰ ਜੈਨਜੀ ਇਹਨਾਂ ਤੋਂ ਨਾਰਾਜ਼ ਆ ਅਲਫਾ ਉਹ ਡਾਂਗ ਚੱਕੀ ਫਿਰਦਾ ਸਕੂਲਾਂ 'ਚ ਨਿਆਣੇ ਭੱਜੇ ਫਿਰਦੇ ਆ ਵੀ ਸਾਡੇ ਅਧਿਆਪਕ ਪੂਰੇ ਪਤਾ ਕਰੋ ਉਹ ਵੱਖਰੀ ਗੱਲ ਹੈ ਕਿ ਨਿਆਣਿਆਂ ਨੂੰ ਇਹ ਨਹੀਂ ਪਤਾ ਸਾਡੇ ਅਧਿਆਪਕ ਵੀ ਕਈ ਨਲਾਇਕ ਹੈਗੇ ਜਿਹੜੇ ਪੜਾਉਣਾ ਨਹੀਂ ਚਾਹੁੰਦੇ ਆਹੋ ਇਸ਼ਾਰਾ ਕਿੱਧਰ ਹੈ ਤੇਰਾ ਜਿੱਧਰ ਹੱਥ ਜਾਣਾ ਉੱਧਰ ਹੀ ਇਸ਼ਾਰਾ ਹੋਣਾ ਆ ਚਲੋ ਉਹ ਨਿਆਣਿਆਂ ਨੂੰ ਭੁਲੇਖੇ 'ਚ ਰਹਿਣ ਦੋ ਹੱਕ ਵਧੀਆ ਮੰਗਦੇ ਆ ਹੁਣ ਜੈਨ ਜੀ ਨੇ ਭਰੋਸਾ ਕੀਤਾ ਰਾਹੁਲ ਦੇ ਉੱਪਰ ਵੀ ਚੱਲ ਸਾਡੀ ਆਵਾਜ਼ ਉਠਾਉਂਦਾ ਮਤਲਬ ਕਿ ਇੱਕ ਸਰਕਾਰ ਇੰਨੀਆਂ ਨਾਕਾਮੀਆਂ ਤੋਂ ਬਾਅਦ ਮਤਲਬ ਕਿ ਕਿੰਨਾ ਕੁ ਵੱਧ ਤੋਂ ਵੱਧ ਜਲੀਲ ਹੋ ਸਕਦੀ ਮੈਨੂੰ ਇਹ ਦੱਸ ਦੇ ਕਿਉਂਕਿ ਤੁਸੀਂ ਤਾਂ ਜਲੀਲ ਹੋਏ ਹੀ ਆ ਇਹਨਾਂ ਦਾ ਜਿੱਦਾਂ ਨਾ ਸਮੁੰਦਰ ਦਾ ਕੋਈ ਸਾਹ ਨਹੀਂ ਸਹੀ ਨਹੀਂ ਹੁੰਦਾ ਸਰਕਾਰਾਂ ਦਾ ਰਿਹਾ ਨਹੀਂ ਇਹਨਾਂ ਦਾ ਹੈ ਨਹੀਂ ਹੁਣ ਜੇ ਇਹਨਾਂ ਨੇ ਪੂਨੇ ਵਾਲੀ ਜਿਹੜੀ ਰੈਲੀ ਆ ਆਖੇ ਜੀ 12 ਦਿਨ ਦਾ ਕਰਫਿਊ ਲਾਤਾ 22 ਤਰੀਕ ਨੂੰ ਰੈਲੀ ਠੀਕ ਹੈ ਜੀ ਉੱਥੇ ਹਜੇ ਛਿੱਤਰ ਖਾ ਕੇ ਹਟੇ ਇਹ ਜੰਤਰ ਮੰਤਰ ਤੇ
ਝਾਰਖੰਡ ਦੇ ਵਿੱਚ ਚਲੋ ਇਹਨਾਂ ਦੀ ਸਾਂਝੀ ਸਰਕਾਰ ਸੀਗੀ ਆਪੋਜੀਸ਼ਨ ਦੀ, ਉਹ ਨਹੀਂ ਸੁਲਝਾ ਲਿਆ ਮਸਲਾ। ਆਹੋ ਤੇ ਹੁਣ ਜੇ ਇਹਨਾਂ ਨੂੰ ਕਹੀਏ ਵੀ ਤੁਸੀਂ ਇੱਥੇ ਜਿਹੜਾ ਪਟਨੇ ਦੇ ਵਿੱਚ ਜਿਹੜਾ ਗੰਦ ਪਾਇਆ ਹੋਇਆ ਆ, ਉੱਥੇ ਬੰਦੂਕਾਂ ਚਲਾਉਣ ਨੂੰ ਤਿਆਰ ਆ, ਤੁਸੀਂ ਸੁਲਝਾ ਕੇ ਦਿਖਾ ਲਓ ਉਹਨਾਂ ਦਾ ਮਸਲਾ। ਫਿਰ ਇਹਨਾਂ ਨੇ ਤਾਂ ਕਹਿਤਾ 800 ਸ਼ਹਿਰਾਂ ਦੇ ਵਿੱਚ ਰੈਲੀਆਂ ਕਰਨੀਆਂ ਆ। ਜੇ ਤੁਸੀਂ ਕਰਫਿਊ ਲਾਉਣੇ ਆ, ਮਾਟਰਾ ਮਤਲਬ ਕਿ ਦਿਮਾਗ ਭਰਿਸ ਦੀਆਂ ਗੱਲਾਂ ਹੀ ਆ। ਆਖੇ ਜੀ ਮੋਰੇ ਰੱਖੜੀ ਦਾ ਤਿਉਹਾਰ ਆ, ਉੱਥੇ ਐ ਆ 5 ਬੰਦੇ ਇਕੱਠੇ ਨਹੀਂ ਹੋ ਸਕਦੇ। ਯਾਰ ਤਿਉਹਾਰਾਂ ਦੇ ਵਿੱਚ ਮਤਲਬ ਕਿ ਤੁਸੀਂ ਇਕੱਠੇ ਨਹੀਂ ਹੋ ਸਕਦੇ, ਇਹ ਕਿਹੜੀ ਗੱਲ ਬਣੀ? ਜੇ ਕਿਸੇ ਦੀਆਂ 4 ਭੈਣਾਂ ਹੋਈਆਂ ਉਹ ਜਿਹੜਾ ਕੀ ਕਰੂ? ਇਹਦੇ ਨਾਲ ਜੀ ਅਸ਼ਾਂਤੀ ਫੈਲ ਸਕਦੀ ਹੈ, ਸੁਰੱਖਿਆ ਨੂੰ ਇਹ ਕਿਹੜਾ ਖਤਰਾ ਹੋਇਆ? 15 ਅਗਸਤ ਤਾਂ ਲੰਘ ਗਈ। ਇਹ ਤਾਇਆ ਰਾਹੁਲ ਗਾਂਧੀ ਹੁਣ ਇਹਨੇ ਇੱਕ ਪ੍ਰੋਗਰਾਮ ਚਲਾ ਲਿਆ, ਪਹਿਲਾਂ ਵੀ ਇਹ ਕਾਮਯਾਬ ਰਿਹਾ, ਵੈਸੇ ਤਾਂ ਇਹ ਪਿਛਲੀਆਂ ਚੋਣਾਂ 'ਚ ਵੀ ਰਿਹਾ। ਇਹ ਚੋਣਾਂ 'ਚ ਚੰਗੀਆਂ ਸੀਟਾਂ ਲੱਗੇ ਇਹ ਯੂਨੀਵਰਸਿਟੀਆਂ ਜਾਂਦਾ ਸੀ, ਯੂਨੀਵਰਸਿਟੀਆਂ 'ਚ ਜਾ ਕੇ ਤੇ ਬੱਚਿਆਂ ਦੇ ਨਾਲ ਕਮਿਊਨੀਕੇਟ ਕਰਦਾ ਸੀ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਾ। ਉਹਦੇ ਨਾਲ ਇਹਦੀ ਛਵੀ ਅਸਲ ਵਿੱਚ ਸੁਧਰੀ ਆ, ਕਿਉਂਕਿ ਪਹਿਲਾਂ ਤਾਂ ਸਾਰਿਆਂ ਨੇ ਪੱਪੂ ਹੀ ਬਣਾਤਾ ਸੀ, ਪੱਪੂ ਨਾਲ ਰੁਪਈਆ ਲਾਇਆ, ਇਹਨੂੰ ਪੱਪੂ ਬਣਾਤਾ ਸੀ। ਪਰ ਮੈਂ ਬੜਾ ਪ੍ਰਭਾਵਿਤ ਹੋਇਆ ਅੱਜ ਤੋਂ 3 ਸਾਲ ਪਹਿਲਾਂ ਇਹਨੇ ਇੱਥੇ ਤਾਮਿਲਨਾਡੂ ਜਾਂ ਕੇਰਲਾ ਦੇ ਵਿੱਚ ਨਿਆਣਿਆਂ ਦੇ ਨਾਲ ਕਮਿਊਨੀਕੇਟ ਕੀਤਾ। ਹੁਣ ਇਹਨੇ ਫੇਰ ਚਲਾ ਰਿਹਾ ਆ ਜੰਤਰ ਮੰਤਰ ਤੋਂ ਬਾਅਦ। ਉਸ ਤੋਂ ਬਾਅਦ ਇਹਦੀ ਰੈਲੀ ਬੜੀ ਸਫਲ ਰਹੀ ਆ, ਉਹ 'ਚ ਇਹ ਠੋਕਵੇਂ ਜਵਾਬ ਦਿੰਦਾ। ਹੁਣ ਨਰਿੰਦਰ ਗਾਂਧੀ ਦੇ ਨਰਿੰਦਰ ਮੋਦੀ ਦਾ ਆਪਣਾ ਇੰਨਾ ਕੌਨਫੀਡੈਂਸ ਨਾਲ ਬੋਲ ਹੀ ਨਹੀਂ ਸਕਦਾ ਜਿੰਨਾ ਇਹ ਕੌਨਫੀਡੈਂਸ ਨਾਲ ਬੋਲਦਾ ਵੀ ਆ। ਹੁਣ ਪੂਨੇ ਦੇ ਵਿੱਚ ਇਹਨੇ ਪ੍ਰੋਗਰਾਮ ਰੱਖਿਆ ਕਾਂਗਰਸ ਨੇ, ਉਹਦੇ ਵਿੱਚ ਉਹਦਾ ਨਾਮ ਰੱਖ ਲਿਆ ਛਾਤਰੋਂ ਕੀ ਗੂੰਜ ਜਾਂ ਸਟੂਡੈਂਟਸ ਵੌਇਸ। ਹੁਣ ਉਹ ਬੱਚਿਆਂ ਦੇ ਨਾਲ ਉਹਨੇ ਕਮਿਊਨੀਕੇਸ਼ਨ ਕਰਨਾ ਤੇ ਕਰਨਾ ਵੀ ਸਿਰਫ ਕੁੜੀਆਂ ਦੇ ਨਾਲ। ਉੱਥੋਂ ਖਤਰਾ ਜੇ ਪੈਦਾ ਹੋ ਗਿਆ ਨਾ। ਹੁਣ ਉਹਨਾਂ ਨੂੰ ਪਤਾ ਆ ਵੀ ਉੱਥੇ ਆ ਕੇ ਇਹਨੇ ਜਦੋਂ ਕਰਨਾ, ਹੁਣ ਸੋਸ਼ਲ ਮੀਡੀਆ ਦਾ ਤਾਂ ਆਇਆ ਜ਼ਮਾਨਾ, ਹੁਣ ਉੱਥੇ ਬੱਚਿਆਂ ਦੇ ਸਵਾਲ ਕਰਨੇ ਆ ਡਾਇਰੈਕਟਲੀ, ਇਹ ਜਵਾਬ ਦੇਣੇ ਆ। ਪਤਾ ਆ ਵੀ ਜਵਾਬ ਦੇਣ ਨੂੰ ਹੁਣ ਇਹ ਤੇਜ਼ ਬੜਾ ਹੋਇਆ, ਜਿੱਦਾਂ ਕਹਿੰਦਾ ਟਾਈਮ ਤੇ ਮੇਰੇ ਵਾਂਗੂ ਹੁਸ਼ਿਆਰ ਹੋ ਗਿਆ। ਡਰ ਇਹ ਆ ਵੀ ਜੇ ਇਹ ਇਦਾਂ ਦੀਆਂ ਰੈਲੀਆਂ ਲਾਪਿਆ ਕਰਨ, ਕਿਉਂਕਿ ਇਸ ਵੇਲੇ ਨੌਜਵਾਨ ਜਿਹੜੇ ਆ ਬਹੁਤ ਅਖਰੇ ਉਹ ਪਹਿਲੇ ਭੜਕੇ ਹੋਏ ਆ। ਨੌਜਵਾਨ ਹੁਣ ਇੰਨੇ ਤੱਤੇ ਆ, ਉਹ ਆਪਣੇ ਘਰਦਿਆਂ ਨੂੰ ਵੀ ਪੈਂਦੇ ਆ ਤੇ ਤੁਸੀਂ ਉਧਰੋਂ ਜਿਹੜੇ ਅੰਧ ਭਗਤ ਜਿਹੜੇ ਹੈਗੇ ਛੱਡੋ ਤੇ ਇੱਧਰ ਸਾਡੀ ਜਿਹੜੀ ਫਿਊਚਰ ਹੁਣ ਲਿਆ ਕੰਪੇਅਰ ਨੂੰ ਸੋਚਣਾ ਪੈਣਾ ਕਿ ਸਾਡੇ ਬੱਚੇ ਕਹਿੰਦੇ ਆ। ਹੁਣ ਇਹਨਾਂ ਨੇ ਕੰਡੀਸ਼ਨਸ ਲਾਤੀਆਂ ਪ੍ਰੋਗਰਾਮ ਤੇ ਵੀ ਇੱਕ ਤਾਂ ਤੁਸੀਂ ਇਦਾਂ ਦੀ ਗੱਲ ਨਹੀਂ ਕਰਨੀ, ਜਿਹੜਾ ਬੈਨਰ ਆ ਉਹਦੇ ਉੱਤੇ ਆ ਜਿਹੜਾ ਤੁਹਾਡਾ ਧਾਰਮਿਕ ਚੀਜ਼ਾਂ ਆ ਇਹ ਨਹੀਂ ਪਾਉਣੀਆਂ, ਗਾਣੇ ਨਹੀਂ ਬਣਾਉਣੇ, ਇਹਦੇ ਉੱਤੇ ਗਾਣੇ ਨਹੀਂ ਬਣਾਉਣੇ, ਜਾਣੀ ਤਰ੍ਹਾਂ ਦੀਆਂ ਜਾਣੀ ਕਿ ਉਹੀ ਮੁੜ ਕੇ ਦੂਜਾ ਜਿਹੜਾ ਸਾਖ ਨੂੰ ਬਚਾਉਣ ਲਈ ਤਰਲੋ ਮੱਚੀ ਹੋਇਆ। ਹੋਰ ਕੀ ਆ ਇਹ ਪਤਾ ਕੀ ਹੈ, ਜਿੰਨਾ ਇਹ ਜ਼ਿਆਦਾ ਕਰਨਗੇ ਨਾ ਉਨਾ ਜ਼ਿਆਦਾ ਛੇਤੀ ਲਿਖਣਗੇ। ਮੈਂ ਤਾਂ ਅੱਗੇ ਵੀ ਕਿਹਾ, ਮੈਂ ਤੁਹਾਨੂੰ ਹੁਣ ਵੀ ਕਹਿੰਦਾ, ਹੁਣ ਸਰਕਾਰ ਇਹਨਾਂ ਦੀ ਨਹੀਂ ਆਉਣੀ ਨੈਕਸਟ। ਨਹੀਂ ਸਰਕਾਰ ਵਾਲੀ ਤੋਂ ਇਹ ਲਾ ਲਓ ਅੰਦਾਜ਼ਾ, ਜੇ ਬਾਬਾ ਰਾਮਦੇਵ ਵੀ ਬੋਲਣ ਲੱਗ ਪਿਆ ਇਹਨਾਂ ਦੇ ਖਿਲਾਫ, ਤੁਸੀਂ ਸੁਣਿਆ ਹੋਣਾ ਉਹ ਕੰਗਣਾ ਦੇ ਖਿਲਾਫ ਬੋਲਿਆ ਬਾਬਾ ਰਾਮਦੇਵ। ਨਹੀਂ ਮੈਂ ਸੁਣਿਆ ਨਹੀਂ ਵੀ ਕੰਗਣਾ ਨੇ ਵੀ ਭਾਜੀ ਮੋੜਤੀ। ਚਲੋ ਇਹ ਵਧੀਆ ਤੇ ਲੋਕੀ ਖੁਸ਼ ਬੜੇ ਆ। ਬਾਬਾ ਰਾਮਦੇਵ ਨੂੰ ਪੁੱਛਿਆ ਵੀ ਆ ਜਿਹੜੇ ਬੱਚੇ ਸੀਗੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਵੀ ਬੱਚਿਆਂ ਨੂੰ ਇਹ ਤੁਹਾਡੀ ਇੱਕ ਬੀਜੇਪੀ ਦੀ ਇੱਕ ਪਾਰਲੀਮੈਂਟ ਮੈਂਬਰ ਆ ਕੰਗਣਾ, ਵੀ ਇਹ ਉਹਨੂੰ ਕਹਿੰਦੀ ਆ ਵੀ ਕੁੜੀਆਂ ਦੇ ਬਾਰੇ ਇਹ ਨੇ ਗਲਤ ਟਿੱਪਣੀਆਂ ਕੀਤੀਆਂ। ਆਪਾਂ ਅੱਗੇ ਕਈ ਵਾਰੀ ਗੱਲ ਕੀਤੀ, ਉਹ ਕਹਿੰਦਾ ਵੀ ਬਾਬਾ ਰਾਮਦਾਸ ਮੋਰੇ ਬੋਲਿਆ, ਕਹਿੰਦਾ ਵੀ ਉਹ ਸੱਚ ਦਾ ਬੋਲੇ, ਸ਼ਾਨ ਨਹੀਂ ਕਾਤੇ ਬੋਲੇ, ਜੇ ਆਪਾਂ ਪੰਜਾਬੀ ਜਿਹਦੇ ਹੱਥ ਕੱਢ ਲਈਏ। ਮੈਨੂੰ ਕਾਪੀ ਮਾਰ ਲਿਆ ਉਹਨੇ। ਅੱਛਾ ਵੀ ਉਹ ਇੱਕ ਆਪਣਾ ਬਚਪਨ ਦੱਸ ਦੇਵੇ ਕਿੱਦਾਂ ਦਾ, ਕਿੰਨਾ ਕੁ ਵਧੀਆ ਰਿਹਾ, ਆਪਣੀ ਜਵਾਨੀ ਦੱਸ ਦੇਵੇ ਕੀ ਕੀ ਪ੍ਰਾਪਤੀਆਂ ਰਹੀਆਂ। ਹੁਣ ਇੱਕ ਤਰ੍ਹਾਂ ਦਾ ਸਿੱਧਾ ਹੀ ਆ ਕੱਢਣ ਪਾਉਣ ਦਾ ਕੰਗਣਾ ਨਹੀਂ, ਉਹਨੇ ਵੀ ਬਾਬਾ ਰਾਮਦੇਵ ਦਾ ਚੀਰਹਣ ਕਰਤਾ। ਆਹੋ ਫਿਰ ਇਦਾਂ ਹੀ ਹੋਣੀ ਹੈ, ਜਦੋਂ ਬਣਦੀ ਆ ਇਕੱਠਿਆਂ ਦੀ ਠੀਕ ਠਾਕ ਆ, ਫਿਰ ਤਾਂ ਭੇਦ ਫੋਲਣਗੇ। ਪਹਿਲੀ ਗੱਲ ਤਾਂ ਤਾਇਆ ਇਹ ਆ, ਰਾਮਦੇਵ ਉਦਣ ਬੀਜੇਪੀ ਦੇ ਥੋੜਾ ਹੀ ਜ਼ਿਆਦਾ ਖਿਲਾਫ ਜਾ ਬੋਲ ਗਿਆ। ਮੈਂ ਅੰਦੋਲਨ ਕਰੂੰਗਾ, ਪਤੰਦਰਾ ਸਲਵਾਰ ਪਾ ਕੇ ਭੱਜਣਾ, ਫਿਰ ਵੀ ਤਾਂ ਐਤਕੀ ਤਾਂ ਨਹੀਂ ਸਲਵਾਰ ਵੀ ਨਹੀਂ ਪੈਣ ਦੇਣੀ, ਤੂੰ ਹੋਣੀ ਛੂ ਹੋ ਜਾਣੀ ਉੱਥੇ। ਮੈਂ ਤਾਂ ਦੇਖ ਗੱਲ ਨਹੀਂ ਸਮਝਿਆ, ਇਹ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਆ। ਬਿਲਕੁਲ ਨਹੀਂ, ਤਬਦੀਲੀ ਆ ਗਈ। ਜਦੋਂ ਸ਼ਿਪ ਡੁੱਬਣਾ ਚੂਹੇ ਛੱਡ ਜਾਂਦੇ ਆ ਕਮਰੇ। ਚੂਹਾ ਵੀ ਚੰਗੀ ਨਸਲ ਦਾ ਹੋਣਾ ਚਾਹੀਦਾ। ਇਹ 4 ਘੰਟਿਆਂ ਦੇ ਵਿੱਚ ਨਵਾਂ ਬਿਆਨ ਆ ਗਿਆ। ਚੱਕ ਦੇਖਾਂਗੇ ਕਿੱਦਾਂ ਦੀ ਨਸਲ ਹੈ। ਇਹਨੇ ਪੂਛਾਪ ਚੱਕ ਲਈ, ਇਹਦਾ ਫਿਰ ਨਵਾਂ ਬਿਆਨ ਆ ਗਿਆ। ਇਹਦੀ ਮੈਨੂੰ ਤਾਂ ਖਚਾਈ ਹੋਈ ਆ। ਇਹ ਕਹਿੰਦਾ ਅਗਰ ਬੱਚੇ ਅੰਦੋਲਨ ਕरेंगे तो पढ़ने कब जाएंगे। ਬਦਲ ਗਿਆ ਨਾ, ਆ ਬਦਲ ਗਿਆ, ਆ ਗਿਆ ਫਿਰ ਨਾਲ ਹੀ ਟਿਕਾਣੇ। ਹੁਣ ਇਹ ਹੈਗਾ ਅਸਲ ਵਿੱਚ ਬਿਜ਼ਨਸਮੈਨ। ਕਿਹੜਾ ਬੰਦਾ ਜੇ ਤਾਂ ਰਿਸ਼ੀਆਂ ਮੁਨੀਆਂ ਤੋਂ ਪਹਿਲਾਂ ਤੋਂ ਦੇਖ ਲਓ ਵੀ ਯੋਗਾ ਤੋਂ ਕਿਸੇ ਨੇ ਪੈਸੇ ਕਮਾਏ ਹੋਣ। 2-4 ਰੁਪਏ ਅਮਰੀਕਾ 'ਚ ਕਮਾ ਕੇ ਗਏ ਆ, ਇਹਨੇ ਬਿਜ਼ਨਸ ਕਰ ਲਿਆ ਸਟਾਰਟ। ਇਹ ਤਾਂ ਬੰਦਾ ਇਦਾਂ ਦਾ ਆ ਵੀ ਆ ਗਊਆਂ ਦਾ ਪਿਸ਼ਾਬ ਵੇਚ ਕੇ ਪੈਸੇ ਕਮਾ ਲੈ, ਗੋਹਾ ਵੇਚ ਕੇ ਨੇ ਆਪਣੀਆਂ ਕੁਝ ਬਣਾ ਕੇ। ਚਲੋ ਠੀਕ ਹੈ, ਉਹ ਸਾਡੀ ਇੱਕ ਹਿੱਸਾ ਸੀ, ਪਰ ਇਹਨੇ ਜਾਨੀ ਕਰੋੜਾਂ ਰੁਪਈਆ, ਅਰਬਾਂ ਰੁਪਈਆ ਛਾਪ ਲਿਆ। ਮਾਸ ਜਿੱਦੇ ਅਸੀਂ ਉਹਨਾਂ ਨੂੰ ਕਹਿੰਦੇ ਸਾਡੇ ਵੀ ਦਿਮਾਗ ਥੋਥੇ ਹੀ ਆ ਜਿਹੜੇ ਪੀ ਜਾਂਦੇ। ਨਹੀਂ ਚਲੋ ਪੀ ਜਾਂਦੇ। ਹੁਣ ਪਤਾ ਨਹੀਂ ਆਪਾਂ ਕੀ ਗੱਲ ਕਰ ਸਕਦੇ ਆ, ਕਹਿੰਦੇ ਵੀ ਤੁਸੀਂ ਨਾ ਪੀਓ।
ਗੋਹੇ ਨਾਲ ਨਹਾਉਂਦੇ ਹੋ ਕਿੰਨੀ ਟੱਬਰ ਨੂੰ ਸ਼ਰਮ ਸਮਝਾਓ ਦੀ ਨਾ ਸਾਰੀ ਵੀ ਗੱਲ ਉਹ- ਹੈ ਸੀ ਜਿਹੜੀਆਂ ਚੀਜ਼ਾਂ ਸੀ ਨਾ ਜਦੋਂ ਬੰਦੇ ਦਾ ਨੌਲੇਜ ਬਹੁਤ ਥੋੜਾ ਸੀਗਾ ਹਾਂਜੀ ਉਹ ਉਦੋਂ ਬੰਦਾ ਇਹੋ ਜਿਹੀਆਂ ਚੀਜ਼ਾਂ ਕੋਸ਼ਿਸ਼ਾਂ ਕਰੀ ਜਾਂਦਾ ਹੁੰਦਾ ਸੀ ਜੇ ਨਹੀਂ ਹਟਦੀ ਤਾਂ ਆਹ ਕਰਕੇ ਦੇਖ ਲਓ ਆਹ ਕਰਕੇ ਦੇਖ ਲਓ ਹਾਂਜੀ ਕਿ ਜੰਗਲਾਂ ਦੇ ਵਿੱਚ ਵੀ ਜਦੋਂ ਲੋਕੀ ਵੱਸਦਾ ਸੀ ਨਾ ਬੰਦਾ ਕੱਟ-ਕੁੱਟ ਆ ਗਿਆ ਤਾਂ ਕੀ ਕਰਦਾ ਮਿੱਟੀ ਲਾਉਂਦਾ ਸੀ ਉਦੋਂ ਸਾਧਨ ਤਾਂ ਨਹੀਂ ਨੌਲੇਜ ਹੈਗੀ। ਸੀ ਹੁਣ ਕਹਿੰਦੇ ਮਿੱਟੀ ਜਰਮ 'ਚ ਬੜੇ ਆ ਫਲਾਣੀ ਚੀਜ਼ ਬੜੀ ਆ ਇੱਕ ਬੰਦਾ ਜਿਹੜਾ ਆ ਉਹਦੀ ਸਫਾਈ ਬਹੁਤ ਹੋ ਗਈ ਉਹ ਬਹੁਤ ਸਾਫ਼ ਵਾਤਾਵਰਣ 'ਚ ਰਹਿਣ ਲੱਗ ਪਿਆ ਅੱਗੇ ਅਸੀਂ ਚਲਿਆ ਚੋਂ ਨਹਿਰਾਂ ਚੋਂ ਉਹ ਤੋਂ ਪਹਿਲਾਂ ਛੱਪੜਾਂ 'ਚ ਵੀ ਪਾਣੀ ਪੀ ਲੈਂਦੇ ਸੀ ਪੀ ਲੈਂਦੇ ਸੀ, ਬਿਲਕੁਲ ਠੀਕ ਰਹਿੰਦੇ ਸੀ ਪਰ ਹੁਣ ਪੀ ਕੇ ਦਿਖਾ ਲਓ ਹੁਣ ਉਹ ਜਿਹੜਾ ਪੁਰਾਣਾ ਨੱਤ ਆ ਗਿਆ ਜੇ ਕਈ ਵਾਰ ਜੋ ਪੁਰਾਣੇ ਨਹਾਉਂਦੇ ਹੁੰਦੇ ਬਜ਼ੁਰਗ ਚ ਫਲਾਣੇ ਉਹ ਗੱਲਾਂ ਅੱਜ ਵਾਜਬ ਨਹੀਂ ਆ ਹੁਣ ਤਾਂ ਇਹਨੇ ਕਰੋਨਾ ਦੀ ਦਵਾਈ ਭੇਜੀ ਸੀ ਆਹੋ ਤੁਹਾਨੂੰ ਪਤਾ ਹੋਣਾ ਆਹੋ ਪਤਾ ਮੈਨੂੰ ਬਾਅਦ ਦੇ ਵਿੱਚ ਹੋ ਗਿਆ ਵੀ ਇਹ ਤਾਂ ਕਰੋਨਾ ਦੀ ਦਵਾਈ ਹੈ ਹੈ ਹੀ ਨਹੀਂ ਇਹ ਤਾਂ ਬੰਦਾ ਉਦੋਂ ਤੱਕ ਕਰਬਲ ਰੁਪਈਆ ਛਾਪ ਗਿਆ ਸੀ ਛਾਪ ਗਿਆ ਹੁਣ ਜੇ ਇਹ ਸਰਕਾਰ ਪੱਖੀ ਨਾ ਹੁੰਦਾ ਇਹ ਜੇਲ੍ਹ ਚ ਹੋਣਾ ਸੀ ਜੇ ਇਸ ਵੇਲੇ ਜੇਲ੍ਹ 'ਚ ਹੋਣਾ ਸੀ ਹੁਣ ਇਹਨੂੰ ਪਤਾ ਆ ਜਾਣੀ ਇਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਵਪਾਰੀ ਲੋਕ ਹੁੰਦੇ ਬੜੇ ਚਲਾਕ ਹੁੰਦੇ ਆ ਇਹਨਾਂ ਨੂੰ ਪਤਾ ਵੀ ਹੁਣ ਗਾਹਾਂ ਨੂੰ ਕਾਂਗਰਸ ਨਾਲ ਥੋੜਾ ਥੋੜਾ ਹੁਣੇ ਚੁੰਝਾ ਮਾਰ ਹੁਣੇ ਬੜਾਵੋ ਵੀ ਕੱਲ ਨੂੰ ਇਦਾਂ ਨਾ ਹੋਵੇ ਵੀ ਆਉਂਦੇ ਸਾਡੇ ਉੱਤੇ ਈਡੀ ਬਾੜ ਦਿੱਤੀ ਉਹ ਬਾੜ ਦਿੱਤਾ ਇਹ ਤਾਂ ਤਾਇਆ ਇਹ ਤਾਂ ਬਹੁਤ ਸੌਖੇ ਹੁੰਦੇ ਚੱਕਰ ਇਹਨਾਂ ਨੇ ਲੂਪ ਹੋਲੇ ਇੰਨੇ ਛੱਡੇ ਹੁੰਦੇ ਆ ਇਹ ਤਾਂ ਫਿਰ ਇਹਨਾਂ ਨੂੰ ਬਣਾਉਣੀ ਪੈਂਦੀ ਆ ਹੁਣ ਬਾਅਦ ਵਿੱਚ ਜਿਹੜਾ ਬਿਆਨ ਜਿੱਦਾਂ ਨੰਬਰ ਕਹਿੰਦਾ ਬਦਲ ਦਿੱਤਾ ਉਹ ਇਸੇ ਕਰਕੇ ਬਦਲਦਾ ਉੱਪਰੋਂ ਘੁਰ ਕੀ ਪਈ ਹੋਣੀ ਆ ਤਾਂ ਫਿਰ ਹੁਣ ਜਾਣਾ ਈਡੀ ਦੇ ਨਹੀਂ ਪਰ ਜਿਹੜੀ ਕੰਗਣਾ ਨੇ ਇਹਨੂੰ ਮਾਰੀ ਨਾ ਬਾਅਦ ਚਪੇੜ ਉਹ ਸਵਾਦ ਜਿਹਾ ਲਿਆ ਇੰਨੇ ਜੋਗੀ ਵੈਸੇ ਕੰਗਣਾ ਹੈ ਨਹੀਂ ਪਰ ਉਹਨੇ ਬਾਬਾ ਰਾਮਦੇਵ ਜੀ ਪਤਾ ਕੰਧ ਨਾਲ ਉਹ ਤਾਂ ਖੁਰਪੇ ਨਾਲ ਲਾਉਣਾ ਪੈਣਾ ਹੁਣ ਅੱਛਾ ਕਿਉਂਕਿ ਉਹਨੇ ਰਾਮਦੇਵ ਨੇ ਕਿਹਾ ਸੀ ਨਾ ਵੀ ਤੂੰ ਆਪਣੀ ਜਵਾਨੀ ਦਾ ਦੱਸ ਦੇ ਕੀ ਆ ਜਾਂ ਫਲਾਨਾ ਤੇ ਕਿਹੜਾ ਕੰਗਣਾ ਪਤਾ ਕਿ ਤੁਹਾਡੀ ਭੈਣ ਕੀ ਕਹਿੰਦੀ ਮੇਰੀ ਭੈਣ ਨੂੰ ਬਣਾਉਣਾ ਜਿਵੇਂ ਭੈਣ ਲੱਗੀ ਤੁਹਾਡੀ ਮੈਂ ਸਾਡੀ ਭੈਣ ਵੀ ਭੈਣ ਹੋਈ ਤੇਰੀ ਪਾਰਟੀ ਦੀ ਹੈ ਸਾਡੀ ਤਾਂ ਭਾਬੀ ਲੱਗਦੀ ਆ ਅੱਛਾ ਚਲੋ ਕੋਈ ਨਹੀਂ ਓਕੇ ਠੀਕ ਆ ਉਹ ਕਹਿੰਦੀ ਰਾਮਦੇਵਾ ਮੇਰੀ ਜਵਾਨੀ ਤੇ ਬੈਡਰੂਮ ਵੱਲ ਨਾ ਝਾਕ ਇਹ ਤੇਰੇ ਬਾਹ ਦੀਆਂ ਗੱਲਾਂ ਨਹੀਂ ਨਹੀਂ ਇਹ ਗੱਲ ਤਾਂ ਹੁੰਦੇ ਹੀ ਕਰਦੀ ਵੀ ਤੈਨੂੰ ਜ਼ਿਆਦਾ ਸਮਝ ਲੱਗੀ ਮੈਨੂੰ ਪਤਾ ਨਹੀਂ ਉਹ ਕਹਿੰਦੀ ਵੀ ਮੇਰੇ ਜਵਾਨੀ ਦੇ ਉੱਤੇ ਹਨਾ ਇੱਕ ਅੱਖ ਨਾ ਸੁਪਨੇ ਨਾ ਦੇਖ ਇੱਕ ਅੱਖ ਦੇ ਨਾਲ। ਆਹੋ ਅੱਛਾ ਮਾਸਟਰਾ ਇਹ ਤਾਂ ਹੈਗੇ ਇਹਨਾਂ ਦੀਆਂ ਚੋਂਚਲੇ ਆ ਇਹਨਾਂ ਲੀਡਰਾਂ ਦੇ ਇਹਨੀ ਮੁੱਦੇ ਭਗਤਾਉਣੇ ਹੁੰਦੇ ਆ ਤੇ ਮਾੜੇ ਮੋਟੇ ਲੋਕਾਂ ਨੂੰ ਮਗਰ ਜਾ ਲਾਉਣਾ ਹੁੰਦਾ ਵੀ ਚੱਲ ਈਜ਼ੀ ਜਿਹਾ ਹੋ ਜਾਊਗਾ ਈਜ਼ੀ ਟੂ ਯੂਜ਼ ਜਿਹਾ ਹੋ ਜਾਊਗਾ ਤੁਹਾਨੂੰ ਮੈਂ ਇੱਕ ਅੰਦਰ ਦੀ ਗੱਲ ਦੱਸਦਾ ਵਾਹ ਇਹ ਹੋ ਜਾਣੀ ਆ ਹੁਣ ਸਰਕਾਰ ਜਿਹੜੀ ਆ ਨਾ ਹੁਣ ਮੇਰੀ ਨਹੀਂ ਹੈਗੀ ਇਹਨੇ ਮਤਲਬ ਕਿ ਨਾ ਬੋਕਰਾਂ ਨਾਲੋਂ ਵੀ ਜ਼ਿਆਦਾ ਯੂ ਟਰਨ ਮਾਰਨੇ ਇੱਕ ਯੂ ਟਰਨ ਹੋਰ ਮਾਰਨ ਲੱਗੀ ਹੈ ਉਹ ਕਿਹੜਾ ਤੂੰ ਹਿਸਾਬ ਲਾ ਲਾ ਵੀ ਇਸ ਟਾਈਮ ਲੋਕ ਗੱਡੀਆਂ ਤੋਂ ਦੁਖੀ ਹੋਏ ਨਾ E20 E20 ਤੋਂ ਆਹੋ ਇਹ ਤਾਂ ਕਹਿੰਦੇ ਸੀ E50 ਤੱਕ ਜਾਣਾ ਆ ਹੂੰ E10 ਲੈ ਕੇ ਆਉਣਗੇ ਹੁਣ ਇਹ ਮੈਂ ਤੁਹਾਨੂੰ ਦੱਸ ਦਿੰਦਾ ਉਹ ਆਪਣੀ ਤਾਂ ਨਹੀਂ ਗੱਲ ਸੁਣ ਲਈ ਆਪਾਂ ਗੱਲਾਂ ਬੈਠੇ ਕਰਦੇ ਸੀ ਨਾ ਤੇ ਸੱਤ ਚੱਕਦੇ ਨਾ ਮੇਰੀ ਸੁਣ ਲੈ ਹੋਣੀ ਆ ਫਿਰ ਆਹ ਤੇਰੀ ਸੁਣ ਇਹ E10 ਲੈ ਕੇ ਆਉਣਗੇ ਫਿਰ ਇਹ ਵੀ ਆਰਡਰ ਕਰਨਗੇ ਕਿ E10 ਦਾ ਲੱਗ ਉੱਥੇ ਉਹ ਬੰਬੂ ਕਾਰਡ ਜਿਹਾ ਲਾਓ ਪਾਉਣ ਲਈ ਨਾਲ ਦੂਜਾ ਪੈਟਰੋਲ ਵੀ ਮਿਲੂਗਾ ਜਿੱਦਾਂ ਬਾਹਰ ਹੈਗਾ ਹੀ ਆ ਹਾਂ ਕਿਉਂਕਿ ਇਹ ਬਚਾਈ ਨਾ ਤਾਂ ਇਹਦੇ ਵਿੱਚ ਹੈ ਕਿਉਂਕਿ ਰਾਹੁਲ ਨੇ ਕਹਿ ਦਿੱਤਾ ਵੀ ਮੈਂ ਹੁਣ ਥੋੜੇ ਚਿਰ ਬਾਅਦ E20 ਵਾਲਾ ਮਸਲਾ ਵੀ ਚੱਕਣਾ ਆ ਹੂੰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਔਰ ਅਖਬਾਰ ਦਾ ਨਾਮ ਮੈਂ ਲੈਣਾ ਜਿਹਦੇ ਵਿੱਚ ਇਹਨਾਂ ਨੇ ਅੰਗਰੇਜ਼ੀ 'ਚ ਲਵਾਇਆ ਆ ਆਪਣੇ ਮੰਤਰੀ ਮੂਤੇ ਤੋਂ ਲਿਖਾ ਕੇ ਇਹਨੇ ਆਪ ਲਵਾਇਆ ਵੀ ਤੂੰ ਹੁਣ ਸੰਕੇਤ ਦੇਣੇ ਸ਼ੁਰੂ ਕਰ ਲੈ ਕਰਦੇ ਹੁਣ ਗੱਲਾਂ ਕਿਹੜੀਆਂ ਉਹਦੇ ਵਿੱਚ ਲਿਖੀਆਂ ਉਹ ਗੱਡੀਆਂ ਜਿਹੜੀਆਂ ਸੀਗੀਆਂ ਫਿਰ ਪਿਛਲੀਆਂ ਉਹ ਤਾਂ ਫਿਰ ਤਾਂ ਖਰਾਬ ਹੋਣੀਆਂ ਹੀ ਆ ਸਾਨੂੰ ਨਾ ਪਾਲਿਸੀ E10 ਤੇ ਵੀ ਲੈ ਕੇ ਆਉਣੀ ਚਾਹੀਦੀ ਹੈ ਵੀ ਤੁਹਾਨੂੰ ਲੋਕ ਕੀ ਸਮਝਾਉਂਦੇ ਸੀ ਪਹਿਲਾਂ ਹੂੰ ਇਹੀ ਸਮਝਾਉਂਦੇ ਸੀ ਨਾ ਦੂਜਾ ਬੋਰੀ ਚੱਕ ਲਿਆ ਖੰਡ ਦੀ ਚੱਕ ਲੈ 65 ਰੁਪਏ ਨੂੰ ਕਿਲੋ ਪਈ ਹੈ ਨਾ ਐਤਕੀ ਹਾਂਜੀ ਮਾਟਰਾ ਕਿੰਨੀ ਸੀਗੀ ਇਹ 42 ਰੁਪਏ ਕਿਲੋ ਖੰਡ ਦਾ 30% ਸਿੱਧੀ ਇਹ ਐਥਨੋਲ 'ਚ ਜਾਣ ਲੱਗ ਪਈ ਆ ਹੂੰ ਉਹ ਮਹਿੰਗੀ ਹੋਣੀ ਬਾਕੀ ਦਾ ਰਕਬਾ ਵਧਾਉਣਾ ਸ਼ੁਰੂ ਕਰ ਦਿੱਤਾ ਆ ਦਾਲਾਂ ਦਾ ਰਕਬਾ ਘਟ ਗਿਆ ਆ ਇਹਨਾਂ ਨੂੰ ਦਾਲਾਂ ਬਾਹਰੋਂ ਇੰਪੋਰਟ ਕਰਨੀਆਂ ਪੈ ਰਹੀਆਂ ਅਸੀਂ ਜਿਹੜੇ ਸ਼ੂਗਰ ਦੇ ਖੰਡ ਬਾਹਰ ਭੇਜਣ ਦੇ ਲਾਰਜੈਸਟ ਦੂਜੇ ਦੇਸ਼ ਨੰਬਰ ਤੇ ਆਉਨੇ ਆ ਖੰਡ ਇੰਪੋਰਟ ਹੋਣ ਲੱਗੀ ਆ ਹੁਣ ਕੱਲ ਲਾ ਲਓ ਉਹ ਗੱਲ ਇਦਾਂ ਵੀ ਲੱਤਾਂ ਤਾਂ ਨਹੀਂ ਕੰਨ ਫੜਨੇ ਚਾਹੀਦੇ ਲਾ ਫੜ ਲਓ ਚਾਹੀਦੇ ਲਾ ਫੜ ਲਓ ਗੱਲ ਉੱਥੇ ਦੀ ਉੱਥੇ ਰਹਿਣੀ ਆ ਜੇ ਤੇਲ ਬਚਾਉਣਾ ਆ ਤਾਂ ਖੰਡ ਮਹਿੰਗੀ ਹੋ ਮਾਤਰਾ ਜਾਣੀ ਤੂੰ ਮੈਨੂੰ ਇਹ ਦੱਸ ਹਨਾ ਮੱਕੀ ਮਹਿੰਗੀ ਹੋ ਜਾਣੀ ਆ ਹੁਣ ਮੈਨੂੰ ਇਹ ਦੱਸੋ ਜੇ ਤੁਹਾਨੂੰ ਜੀਓ ਪੋਲਿਟਿਕਸ ਆਉਂਦੀ ਆ ਉਹ ਯਾਰ ਸਾਨੂੰ ਨਹੀਂ ਆਉਂਦੀ ਪੋਲਿਟਿਕਸ ਜੇ ਜੇ ਇੰਨੀਆਂ ਦੁਸ਼ਵਾਰੀਆਂ ਜੇ ਤੁਸੀਂ ਯੂ ਟਰਨ ਨਹੀਂ ਮਾਰਨਾ ਸੀਗਾ ਆਪਣੀ ਥੂ ਕਰਾ ਕੇ ਲੋਕਾਂ ਦੀਆਂ ਗੱਡੀਆਂ ਖਰਾਬ ਕਰਾ ਕੇ ਹੁਣ ਆਪ ਲਿਖਦੇ ਆ 8 ਕਰੋੜ ਗੱਡੀਆਂ ਇਹਦੇ ਨਾਲ ਪ੍ਰਭਾਵਿਤ ਹੋ ਗਈਆਂ ਮਸਲਾ 8 ਕਰੋੜ ਗੱਡੀਆਂ ਦਾ ਨਹੀਂ 8 ਲੱਖ ਪਰਿਵਾਰ ਆ ਉਹ ਜਿਹਦੀ ਗੱਡੀ ਖਰਾਬ ਹੋਈ ਆ ਇਹ ਐਡਾ ਜਿਹੜਾ ਯੂ ਟਰਨ ਹੁਣ ਹਜੇ ਮਾਰਨਾ ਇਹਨਾਂ ਦੇ ਉੱਪਰ ਕਿਹੜੀ ਕਹਾੜੀ ਪਈ ਹੋ ਆ ਉਹਦੇ ਬਾਰੇ ਪਤਾ ਤੁਹਾਨੂੰ ਵੀ ਕਿਉਂ ਪੰਗਾ ਲੈਂਦੇ ਆ ਇਹ ਵੀ ਕਰਨਾ ਹੀ ਕਰਨਾ ਆ ਇਦਾਂ ਕਿਉਂ ਲੈਂਦੀ ਜਿਹੜਾ ਤੇਰਾ ਮਾਮਾ ਟਰੰਪ ਆ ਨਾ ਅੱਛਾ
ਉਹਨੇ ਸੰਗ ਜਵਾਬ ਤੇਰੀ ਆਪਣੀ ਬਾਤ ਰਿਸ਼ਤੇਦਾਰੀ ਦਿੱਤੀ ਕੋਈ ਵੀ ਨਹੀਂ ਕਿ ਸਾਡੀ ਦੋਹਾਂ ਜਣਿਆਂ ਦੀ ਹੈ। ਹਾਂ ਤੂੰ ਗੱਡੀਆਂ ਕੰਗਣਾ ਇਹਨਾਂ ਬਾਬਿਆਂ ਦੀ ਭੈਣ, ਟਰੰਪ ਤੇਰਾ ਮਾਮਾ, ਤੇ ਜਿੰਨੇ ਇਹ ਆਪਣੇ ਨਿਕੰਮੇ ਟੀਚਰ ਉਹਨਾਂ ਦਾ ਫੁੱਫੜਿਆ ਉਹ। ਤੇਰਾ ਕੁਝ ਨਹੀਂ ਹੈ। ਐਪਸਟੀਨ ਫਾਈਲਾਂ ਇਹਨਾਂ ਦੇ ਹੱਥ ਆ ਟਰੰਪ ਦੇ, ਉਹ ਜਿੱਦਾਂ ਚਾਹੁੰਦਾ ਨਚਾਈ ਜਾਂਦਾ ਆ। ਉਹਨੇ ਆਪਣਾ ਉਹ ਕਵਾੜ ਐਥਨੋਲ ਦਾ ਵੇਚਣਾ ਸੀਗਾ, ਇਹਨਾਂ ਦੇ ਗਲ 'ਚ ਗੂਠਾ ਪਾਉਂਦੇ ਆ। ਸਾਨੂੰ ਐ ਲੱਗਦਾ ਕਿ ਸਾਡੇ ਲੀਡਰ ਨਿਕੰਮੇ ਆ, ਹੈਗੇ ਤਾਂ ਨਿਕੰਮੇ ਹੀ ਆ, ਜੋਗਾ ਹੈ ਹੀ ਨਹੀਂ ਪਰ ਗੇਮ ਉੱਥੋਂ ਘੁੰਮਦੀ ਆ। ਤੂੰ ਵੀ ਜਿੱਦਾਂ ਕੰਗਣਾ ਦੇ ਕਹਿਣਾਂਗੇ ਐਪਸੀਨ ਫਾਲ ਦਾ ਸਵਾਦ ਨਾਲ ਲੈ, ਆਹੋ। ਇੱਕੋ ਵੀ ਉਹ ਕੌਣ ਉਹ ਹੈ ਹੈ ਨਹੀਂ ਹੀ ਸੀ, ਨਹੀਂ ਤੂੰ ਇਹਨੇ ਜੋਗਾ। ਤੂੰ ਵੀ ਹੈ ਨਹੀਂ ਸੀ ਇਹਨੇ ਜੋਗਾ। ਅੱਛਾ ਮਾਟਰਾ ਚੰਪਤ ਰਾਏ ਦੇ ਨਾਲ ਵੀ ਕਹਿੰਦੇ ਤੇਰੀਆਂ ਮਾਟਰਾ ਮੋਟਰਾਂ ਦੀਆਂ ਫੋਟੋਆਂ ਬਹੁਤ ਆਉਂਦੀਆਂ ਸੀ ਜਦੋਂ ਤੁਸੀਂ ਜਾਂਦੇ ਹੁੰਦੇ, ਕਹਿੰਦੇ ਉਹਨੂੰ ਕਲੀਨ ਚਿੱਟ ਮਿਲ ਗਈ। ਆਹੋ ਉਹ ਤਾਂ ਹੋਣੀ ਸੀ। ਉਹ ਮਿਲਣੀ ਉਹਨਾਂ ਤਾਇਆ ਵੀ ਜਿਹੜਾ ਚੰਦਾ ਚੋਰੀ ਦੇ ਵਿੱਚ ਆਇਆ, ਉਹਦਾ ਇੰਚਾਰਜ ਇਹ ਸੀ ਚੰਪਤ ਰਾਏ, ਹੂੰ। ਆਰਐਸਐਸ ਦਾ ਬਹੁਤ ਵੱਡਾ ਲੀਡਰ ਹੈ। ਹੁਣ ਉਹਨੂੰ ਕਲੀਨ ਚਿੱਟ ਤਾਂ ਦੇਣੀ ਹੀ ਪੈਣੀ। ਨਹੀਂ ਫਿਰ ਇਹਦਾ ਬਾਕੀ ਸਾਰੇ ਫਸਣੇ ਇਹਦਾ ਜਿਹੜਾ ਸੁਨੇਹਾ ਜਾਣਾ ਆ, ਜੈਨਜੀ ਨਾਲ ਪਹਿਲਾਂ ਹੀ ਪੰਗਾ ਪਿਆ ਆ। ਹਰ ਵੱਡੇ ਸ਼ਹਿਰ 'ਚ ਹਰ ਰਾਜ ਦੇ ਵਿੱਚ ਪੰਗਾ ਪੈਣ ਡਿਆ ਆ, ਖਾਸ ਕਰਕੇ ਇੱਥੇ ਡਬਲ ਇੰਜਨ ਸਰਕਾਰ ਆ। ਪਟਨਾ ਦਾ ਮਸਲਾ ਹਜੇ ਇਹਨਾਂ ਦਾ ਸੁਲਝਿਆ ਨਹੀਂ ਹੈਗਾ, ਹੁਣ ਦਿੱਲੀ ਤੱਕ ਵੀ ਆਉਣਗੇ। ਇਹ ਮਸਲੇ ਪਤੰਦਰ ਸੁਲਝਾਉਂਦੇ ਕਿਉਂ ਨਹੀਂ ਹੈਗੇ ਇਹ? ਗੱਲ ਸੁਣ, ਸਰਕਾਰ ਗਈ ਆ ਬੌਂਦਲ, ਤੈਨੂੰ ਸੱਚੀ ਗੱਲ ਦੱਸਾਂ ਮੈਂ, ਉਹ ਬੌਂਦਲੀ ਆ, ਉਹ ਕਾਹਲੀ ਦੇ ਵਿੱਚ ਪਾਲਿਸੀਆਂ ਬਣਾ ਰਹੇ ਆ, ਬਿਨਾਂ ਸੋਚਣ ਤੋਂ, ਬਿਨਾਂ ਵਿਚਾਰ ਤੋਂ, ਬਿਨਾਂ ਕਿ ਉਹਦੇ ਪਾਲਿਸੀਆਂ ਉੱਤੇ ਗੱਲ। ਆਮ ਜਿਹੜੇ ਰੂਲ ਬਣਦੇ ਆ ਉਹ ਪਾਰਲੀਮੈਂਟ ਦੇ ਵਿੱਚ ਵਿਚਾਰੇ ਜਾਂਦੇ ਆ, ਹੈ ਨਾ, ਉਹਦੇ ਬਹਿਸ ਹੁੰਦੀ ਆ, ਪਾਲਿਸੀ ਫਿਰ ਲਾਗੂ ਕੀਤੀ ਜਾਂਦੀ ਆ, ਦੋਨੋਂ ਪਾਸੇ ਅਪਰੂਵ ਹੁੰਦੀ ਆ। ਇਹ ਕੀ ਕਰ ਰਹੇ, ਆਪਣੀ ਆਪਣੀ ਜੋ ਮਰਜ਼ੀ ਕਿਸੇ ਦਾ ਕਰਦਾ, ਕਿਸੇ ਮਹਿਕਮੇ 'ਚ ਪੈਟਰੋਲ ਵਾਲਾ ਤਾਂ ਉਹ ਆਪਣੀ ਚਲਾ ਜਾਂਦਾ, ਦੂਜਾ ਆਪਣੀ ਚਲਾ ਜਾਂਦਾ। ਇਹ ਹੈ ਕਿ ਬੌਂਦਲੇ ਹੋਏ, ਤੂੰ ਦੇਖੀ ਇਹਦਾ ਅੰਤ ਹੋਣ ਵਾਲਾ, ਕਿਉਂਕਿ ਇਹਨੇ ਹੱਥ ਬਹੁਤ ਚੱਕੀ ਹੋਈ ਆ ਇਸ ਵੇਲੇ। ਹੱਥ ਤੇ ਖੁਦਾ ਦਾ ਬੈਰ ਹੁੰਦਾ। ਤਾਇਆ ਕਹਿੰਦਾ ਤਾਂ ਸਹੀ ਆ, ਪਰ ਇੱਥੇ ਇੱਕ ਅਨਪੜ੍ਹ ਬੰਦਾ ਵੀ ਪੁਆਇੰਟ ਸੋਚ ਸਕਦਾ ਵੀ ਜੇ ਤੁਸੀਂ ਨਾ ਗੱਦੀਆਂ ਤੇ ਬੈਠੇ ਆ, ਉਦੋਂ ਹੀ ਪਾਲਿਸੀਆਂ ਚੱਲਣੀਆਂ। ਜੇ ਗੱਦੀ ਤੋਂ ਇਲਾਹ ਤੇ ਇੱਕ ਦਿਨ ਤੁਹਾਨੂੰ ਅਚਾਨਕ, ਫਿਰ ਇਹਦਾ ਮਤਲਬ ਤੂੰ ਤਾਂ PM ਹੈ ਹੀ ਨਹੀਂ, ਫਿਰ ਤੁਹਾਡਾ ਫੁੱਫੜ ਕੀ ਕਰ ਲੂਗਾ? ਇਹ ਜਿੱਦਣ PM ਲਊਗਾ, ਉਹ ਤੋਂ ਬਾਅਦ ਜਿਹੜਾ ਕੋਈ ਵੀ PM ਆਊਗਾ, ਮੈਂ ਨਹੀਂ ਕਹਿੰਦਾ ਰਾਹੁਲ ਹੋਗਾ ਜਾਂ ਕੋਈ ਵੀ ਆਊਗਾ, ਉਹ ਇਹਨਾਂ ਪਾਲਿਸੀ ਨੂੰ ਕਿੱਦਾਂ ਹੀ ਤੋਰੂਗਾ। ਤੇ ਮੈਨੂੰ ਇਹ ਗੱਲ ਦੱਸ, ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਆਊਗਾ, ਜੇ ਉਹਦਾ ਨਾਮ ਵੀ ਐਪਸੀਨ ਫਾਲ ਵਿੱਚ ਹੋਇਆ ਤਾਂ ਫੇਰ ਕੀ ਹੋਊ? ਫਿਲਹਾਲ ਉਹਦਾ ਨਾ ਐਪਸੀ ਫਾਈਲ 'ਚ ਨਾ ਹੈ ਨਹੀਂ। ਨਹੀਂ, ਤੈਨੂੰ ਕਿੱਦਾਂ ਪਤਾ ਹੈ ਨਹੀਂ ਯਾਰ? ਇਹ ਅੰਦਰੋਂ ਖਾਤੀ ਸਾਨੂੰ ਹਾਂ, ਤਾਇਆ ਰਹਿਣ ਦੇ। ਪਤਾ। ਇਹ ਪਤਾ ਕੀ ਆ, ਜਦੋਂ ਬੰਦਾ ਕੋਈ ਵੱਡੇ ਉਹਦੇ ਤੇ ਆ, ਸਾਰੇ ਉਦੋਂ ਲੱਭਦੇ ਕੀ ਕੀਤਾ ਇਹਨੂੰ, ਕੀ ਕਰਦਾ ਰਿਹਾ। ਜਦੋਂ ਹੈ ਨਹੀਂ ਉਹਦੇ ਤਿਆਰ ਨਾ ਟਾਈਮ ਖਰਾਬ ਕਰਨਾ, ਜੋ ਚਾਹੇ ਰਾਹੁਲ ਗਾਂਧੀ ਚਾਹੇ ਕੋਈ, ਜਦੋਂ ਬਣ ਗਿਆ ਉਹਨੂੰ ਕੱਢ ਲੈਣਾ ਇਹਦਾ ਕੋਈ। ਟੱਬਰੇ ਪਹਿਲੇ ਹੀ ਯੂਰਪ 'ਚੋਂ ਆਇਆ ਯਾਰ, ਉਹਨੂੰ ਐਫਸੀ ਫਾਈਲਾਂ 'ਚ ਘੁੰਮਣ ਦੀ ਕੀ ਲੋੜ ਹੈ? ਤਾਇਆ ਤੂੰ ਵੀ ਉਹੀ ਗੱਲਾਂ ਕਰੀ ਜਾਂਦਾ। ਭਈਆ ਤੂੰ ਮੇਰਾ ਕੋਈ ਗੱਲ ਬਣੀ ਯਾਰ ਕੋਈ। ਐਫ ਫਾਈਲ ਕਿੱਥੋਂ ਨਾ ਆ ਜਾਊਗਾ 200 ਰੁਪਏ 'ਚ। ਨਾਲੇ ਐਦਾਂ ਦਾ ਕੋਈ ਦੂਜਾ ਜਿਹਾ ਬੰਦਾ ਉਹ ਤੇ ਤਾਂ ਬੰਦਾ ਸ਼ੱਕ ਕਰ ਵੀ ਲਵੇ ਵੀ ਬੈਠਾ ਬੈਠਾ ਕੋਈ ਨਾ ਘੋਸਰ ਮੁਸਰ ਕਰਦਾ ਹੋਣਾ ਆ। ਜਿਹੜੇ ਨਾ ਇੱਕ ਮੈਂ YouTube ਤੇ ਪੜ੍ਹਦਾ, ਇੱਕ ਬੁੜੀ ਸੀ, ਉਹ ਕਹਿ ਰਹੀ ਸੀ ਉੱਠ ਕੇ, ਉਹ ਕਿਸੇ ਕੁੜੀ ਦਾ ਜ਼ਿਕਰ ਕਰ ਰਹੀ ਸੀ, ਕਿਸੇ ਲੀਡਰ ਨੇ ਉਹਨੂੰ ਰੇਪ ਕੀਤਾ, ਠੀਕ ਆ। ਫਿਰ ਇਕੱਲੇ ਆਪ ਹੀ ਨੇ ਰੇਪ ਕੀਤਾ, ਨਾਲ ਜਿਹੜੇ ਦੋ ਸਹਿਯੋਗੀ ਸੀ ਉਹਨਾਂ ਨੂੰ ਰੇਪ ਕਰਵਾਇਆ। ਓਕੇ, ਰੇਪ ਕਰਵਾਉਣ ਤੋਂ ਬਾਅਦ ਜਦੋਂ ਕੁੜੀ ਨੇ ਸ਼ਿਕਾਇਤ ਲਾਈ, ਉਹਨਾਂ ਦੇ ਪੇਰ ਨੂੰ ਚੱਕ ਲਿਆ, ਪੇਰ ਨੂੰ ਚੱਕ ਕੇ ਜੇਲ੍ਹ 'ਚ ਇੰਨਾ ਕੁੱਟਿਆ ਦੀ ਮੌਤ ਹੋ ਗਈ, ਠੀਕ ਆ। ਫਿਰ ਉਹ ਤੇ ਤਸਤੰਦ ਹੋਏ, ਉਹ ਕਾਫੀ ਦੂਜੀ ਕੋਮਾ 'ਚ ਰਹੀ ਆ ਉਹ, ਪਰ ਉਹਨੇ ਹਿੰਮਤ ਨਹੀਂ ਹਾਰੀ, ਉੱਠੀ, ਉਹਨੂੰ ਫੇਰ ਮੁਕੱਦਮਾ ਕੀਤਾ ਤੇ ਉਹਦੇ ਦੋਸ਼ੀ ਸੀਗੇ, ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਪਰ ਕਿੰਨਾ ਉਹਨੂੰ ਔਖਾ ਹੋਣਾ ਪਿਆ, ਕਿੰਨੇ ਉਹਨੂੰ ਵਕਤ ਸਹਾਰਨੇ ਪਏ। ਇਹ ਸਰਕਾਰ ਜਾਂ ਜਿੰਨੀਆਂ ਵੀ ਲੋਕਲ ਸਰਕਾਰਾਂ, ਜਿੰਨੀ ਪੁਲਿਸ ਵਾਲੇ ਆ, ਇਹ ਸਿਰਫ ਉਦੋਂ ਕੁਝ ਕਰਦੇ ਜਦੋਂ ਕਰਨਾ ਪੈਂਦਾ, ਨਹੀਂ ਤਾਂ ਆਮ ਬੰਦੇ ਦੀ ਸੁਣਵਾਈ ਹੈ ਨਹੀਂ। ਹੁਣ ਤਾਂ ਇਹ ਸੋਚਣੀ ਵਾਲੀ ਗੱਲ ਹੈ। ਆ ਸੱਜਣ ਕੁਮਾਰ ਜਿਹੜਾ ਸਿੱਖ ਕਤਲੇਆਮ ਦਾ ਨਾ ਕਿੰਨਾ ਉਹਦੇ ਵਿੱਚ ਆਉਂਦਾ ਸੀ, ਨਾ ਕਿੰਨਾ ਸੀ, ਉਹ ਬੰਦਾ ਜੇਲ੍ਹ 'ਚ ਹੀ ਮਰ ਗਿਆ, ਜੇਲ੍ਹ 'ਚ ਉਹਦੀ ਮੌਤ ਹੋ ਗਈ, ਉਹਨੂੰ ਉਮਰ ਕੈਦ ਮਿਲੀ ਹੋਈ। ਪਰ ਜੇ ਉਮਰ ਕੈਦ ਮਿਲੀ ਕਦੋਂ? ਮਿਲੀ ਚਲੋ ਜਦੋਂ ਹੀ ਮਰਜ਼ੀ ਰੱਖ ਲਓ। ਨਹੀਂ, ਜਦੋਂ ਮਰਜ਼ੀ ਨਹੀਂ, ਸਾਰੀ ਜਵਾਨੀ ਤੋਂ ਬਾਹਰ ਆ ਬਾਹਰ ਕੱਢ ਲਈ। ਬਿਲਕੁਲ ਤੁਹਾਡੀ ਗੱਲ ਸਹੀ। ਜਸਟ ਡਿਲੇਡ ਇਜ਼ ਜਸਟ ਡਿਨਾਈਡ ਗੋਰੇ ਕਹਿੰਦੇ। ਹਾਂਜੀ, ਉਹ ਗੱਲ ਤੁਹਾਡੀ ਸਹੀ ਆ। ਪਰ ਇੱਕ ਹੋਰ ਬੰਦੇ ਨੇ, ਸ਼ਖਸ ਨੇ ਇਹ ਗੱਲ ਕਹੀ ਸੀ। ਉਹ ਕਹਿੰਦਾ ਵੀ ਮੈਂ ਤਾਂ ਅਸਲ ਦੇ ਵਿੱਚ, ਉਹ ਵੈਸੇ ਤਾਂ ਆਪਣੇ ਆਪ ਨੂੰ ਕਲੀਨ ਚੈੱਕ ਦਿੰਦਾ, ਪਰ ਉਹਦਾ ਵੀ ਨਾਮ ਬਚਿਆ। ਉਹ ਕਹਿੰਦਾ, ਉਹਦੀ ਇੰਟਰਵਿਊ ਮੈਂ ਦੇਖਦਾ, ਉਹ ਕਹਿੰਦਾ ਵੀ ਮੇਰੇ ਨਿਆਣੇ ਮੈਨੂੰ ਸ਼ੱਕ ਨਾਲ ਦੇਖਦੇ ਆ ਵੀ ਮੈਂ 1984 ਤੋਂ ਹੀ ਇਹ ਗੱਲਾਂ ਫੇਸ ਕਰ ਰਿਹਾ ਵੀ ਜਦੋਂ ਅਖਬਾਰਾਂ 'ਚ ਮੇਰਾ ਹੀ ਨਾਂ ਆ ਜਾਂਦਾ ਪਹਿਲਾਂ। ਹੁਣ ਉਹਦੇ ਵਿੱਚ ਕਹਿੰਦਾ ਮੇਰੇ ਹੀ ਬੱਚੇ, ਕਹਿੰਦਾ ਮੇਰੇ ਲਈ ਸਭ ਤੋਂ ਵੱਡੀ ਸਜ਼ਾ, ਮੇਰੇ ਹੀ ਬੱਚੇ ਮੇਰੇ ਤੋਂ ਨਫ਼ਰਤ ਕਰਦੇ ਪੁੱਛਣ ਲੱਗੇ ਵੀ ਡੈਡੀ ਤੂੰ ਸੱਚੀ ਇਹ ਕੰਮ ਕੀਤਾ? ਜਿਹੜਾ ਬੱਚਿਆਂ ਵਾਲਾ ਹੁੰਦਾ ਤਾਇਆ ਕੁਐਸਚਨ ਆ, ਪੁਲਿਸ ਵਾਲੇ ਜਿਹੜੇ ਆ ਇਹਨਾਂ ਨੇ ਕਿਤੇ 1992 ਤੱਕ ਕਿਤੇ ਘੱਟ ਕਤਲੇਆਮ, ਬਹੁਤ ਕਤਲੇਆਮ ਕੀਤਾ ਇਹਨਾਂ ਨੇ ਕਿੱਦਾਂ ਦੇ ਨਜਾਇਜ਼ ਕੀਤੀਆਂ। ਪਰ ਬੱਚੇ ਗਾਹਾਂ ਇਹਨਾਂ ਦੇ ਦੇਖ ਲਿਓ, ਕਿਹਦਾ ਬੱਚਾ ਕੋਈ
ਦੀਦਾ ਹੀ ਆ। ਤਾਕਤ ਦੇ ਨਸ਼ੇ 'ਚ ਮਾਸਟਰ ਸਭ ਕੁਝ ਭੁੱਲ ਜਾਂਦਾ, ਬਾਅਦ 'ਚ ਪਤਾ ਲੱਗਦਾ ਵੀ ਕੀ ਭਾਅ ਕੀ ਭਾਅ ਭੁੱਲ ਹੈ। ਆਖੇ ਰੱਬ ਵੀ ਕਿਸੇ ਬੈਠਾ ਕਿਤੇ। ਜਵਾਨੀ ਦਾ ਬੰਦਾ ਕੱਢ ਦਿੰਦਾ ਹੱਡ ਚੱਲਦਿਆਂ ਤੇ। ਪਰ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਵੀ ਚਲੋ ਕਿਉਂਕਿ ਮੰਨਦਾ ਕੁੱਤੇ ਜਿੰਨੀ ਕਦਰ ਇਹਨੂੰ ਨਹੀਂ ਸਜ਼ਾ ਮਿਲੀ, ਪਰ ਜਿਹੜੇ ਬੰਦੇ ਇਹਨਾਂ ਸ਼ਹੀਦ ਕਰ ਦਿੱਤੇ, ਤੋੜ ਦਿੱਤੇ ਆ, ਜਿਹੜੇ ਮਾਪਿਆਂ ਦੇ ਪੁੱਤ ਚਲ ਗਏ, ਭੈਣਾਂ ਦੇ ਭਰਾ ਚਲ ਗਏ, ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੋਣਾ। ਉਹਨਾਂ ਘੱਟ ਤੋਂ ਘਾਟਾ ਕਦੀ ਵੀ ਨਹੀਂ ਪੂਰਾ ਹੋਣਾ। ਪਰ ਆਪਾਂ ਤਾਂ ਇਹਦਾ ਇੱਕ ਦਿਨ ਨੂੰ ਤਸੱਲੀ ਦਿੰਨੇ ਆ ਵੀ ਆ ਜਿਹੜੀਆਂ ਅਦਾਲਤਾਂ ਇਹ ਕਿਉਂ ਆਪਾਂ ਨੂੰ ਗੱਲ ਕਰਨੀ ਪੈ ਰਹੀ ਆ, ਇਹ ਇਸ ਕਰਕੇ ਕਰਨੀ ਪੈ ਰਹੀ ਆ ਕਿਉਂਕਿ ਇਹਨਾਂ ਤੋਂ ਉਮੀਦ ਹੀ ਕੋਈ ਨਹੀਂ ਸਾਨੂੰ ਵੀ ਇਹਨਾਂ ਨੂੰ ਕੋਈ ਸਜ਼ਾ ਮਿਲ ਜਾਓ। ਤੁਸੀਂ ਇੱਕ ਐਸਐਚਓ ਦੀ ਕੋਈ ਕੰਪਲੇਂਟ ਕਰ ਦਿਓ, ਐਸਐਸਪੀ ਦਾ ਪੂਰਾ ਜੋਰ ਲੱਗ ਜਾਂਦਾ ਉਹਨੂੰ ਬਚਾਉਣ ਲਈ। ਐਸਐਚਓ ਦੀ ਤੁਸੀਂ ਕੰਪਲੇਂਟ ਨਹੀਂ ਕਰਦੇ, ਐਸਐਸਪੀ ਦੀ ਤੁਸੀਂ ਅੱਜ ਤੇ ਦੱਸ ਦਿਓ ਵੀ ਕਿਸੇ ਦੀ ਕੋਈ ਸਸਪੈਂਡ ਕੀਤਾ ਹੋਵੇ ਐਸਐਸਪੀ। ਕਦੀ ਸੁਣਿਆ ਕੋਈ? ਨਹੀਂ। ਕਾਰਨ ਉਹਦਾ ਕੀ ਆ? ਥੱਲਿਓਂ ਪੈਸੇ ਪਾਇਆ ਚੱਲਦੇ ਆ। ਪੁਲਿਸ ਵਾਲਾ ਮੋਹਰੋਂ ਫੜਦਾ, ਹਾਂ ਥਾਣੇ 'ਚ ਇੰਨੇ ਆਉਣੇ ਚਾਹੀਦੇ ਆ, ਬਸ ਉਹਨੇ ਗਾਂ ਜਾ ਕੇ ਇੰਨੇ ਪਹੁੰਚਣੇ ਚਾਹੀਦੇ। ਕਿਹਨੇ ਚਾਹੀਦੇ ਆ? ਵਕੀਲ ਤੱਕ ਬੰਦਾ ਬਚਾਉਣ ਤੇ ਇੱਕ ਥੱਲੇ ਵਾਲਾ ਜਿਹੜਾ ਕਰਪਸ਼ਨ, ਥੱਲੇ ਵਾਲੇ ਜਿਹੜੇ ਆ ਬੰਦੇ, ਜੇ ਐਸਆਈ ਰੱਖ ਲਈਏ, ਹੌਲਦਾਰ ਰੱਖ ਲਈਏ ਤਾਇਆ, ਉਹ ਇੰਨੇ ਬੰਦੇ ਕਰਪਟ ਨਹੀਂ। ਪਰ ਕਿਉਂਕਿ ਸਾਡਾ ਬਾਹ ਉਹਨਾਂ ਨਾਲ ਪੈਂਦਾ, ਆਪਾਂ ਨੂੰ ਉਹੀ ਸਾਨੂੰ ਉਹੋ ਹੀ ਦਿਸਦੇ ਆ। ਪਟਵਾਰੀ ਐਡਾ ਕਰਪਟ ਨਹੀਂ ਹੁੰਦਾ। ਬੜ ਵੀ ਐਡਾ ਨਹੀਂ ਕਰਪਟ ਹੈਗਾ ਜਿੰਨਾ ਤੁਸੀਂ ਬਣਾਇਆ ਹੈ। ਵੇ ਹਾਏ ਇਹ ਵੀ ਵਿੱਚ ਦੋ ਲੈ ਜਾ ਕਰੋ। ਨਹੀਂ, ਚੋਰ ਦੀ ਦਾੜੀ 'ਚ ਤਿਣਕਾ। ਨਹੀਂ ਮੈਂ ਯਾਰ ਸਿੱਧੇ ਮੰਗਦਾ ਆ, ਮੈਂ ਕੋਈ ਲੁਕੋ ਕੇ ਮੰਗਦਾ ਹੀ ਨਾ ਕੋ ਟੇਬਲ ਥੱਲੇ ਨਹੀਂ ਤਾਇਆ ਗੱਲ ਸਹੀ ਆ ਕਿਉਂਕਿ ਇਹਨਾਂ ਦਾ ਬਾਹ ਪੈਂਦਾ ਸੀ। ਇੱਕ ਕਾਂਸਟੇਬਲ ਹੈ, ਏਐਸਆਈ, ਐਸਐਚਓ, ਲੋਕਾਂ ਦਾ ਬਾਹ ਪੈਂਦਾ, ਕਰਪਟ ਆ। ਪਰ ਲੋਕਾਂ ਨੂੰ ਇਹ ਨਹੀਂ ਪਤਾ ਬਈ ਜਿਹੜੇ ਸਿੱਧੇ ਪੈਸੇ ਇਕੱਠੇ ਹੋ ਕੇ ਕਿੱਥੇ ਜਾ ਰਹੇ ਆ। ਜਿਹੜੇ ਬੰਦੇ ਨੂੰ ਹੈ ਹੀ ਨਹੀਂ ਕੋਈ। ਜਿਨ੍ਹਾਂ ਨੇ ਆਪਣੇ ਕੰਮ ਕਰਾਉਣੇ ਆ ਉਹ ਸਿੱਧੇ ਬੈਗ ਜਾਂਦੇ ਆ ਉਹਨਾਂ ਦੇ ਵੱਡਿਆਂ ਦੇ ਦਫ਼ਤਰਾਂ 'ਚ, ਉੱਥੋਂ ਸਭ ਕੁਝ ਮੈਂ ਆਉਂਦਾ। ਤੁਹਾਨੂੰ ਇੱਕ ਹੋਰ ਅੰਦਰ ਹੀ ਗੱਲ ਦੱਸ। ਮਾਸਟਰ ਨੇ ਜਿੱਦਾਂ ਫਿਕਰ ਕੀਤਾ ਨਾ ਵੀ ਇਹ ਜਿਹੜੇ ਪਤੰਦਰੇ ਬੰਦੇ ਦੇ ਪੁੱਤ ਨਹੀਂ ਮਾਣੇ, ਇਕੱਠੇ ਹੋ ਕੇ ਖਾਂਦੇ ਆ ਵੀ ਸੁਣਵਾਈ ਕੋਈ ਹੈ ਨਹੀਂ। ਸੁਣਵਾਈ ਜੈਨ ਜੀ ਨੇ ਕਰਵਾ ਦੇਣੀ ਆ, ਤੇ ਚਿੰਤਾ ਨਾ ਕਰੋ, ਮੈਂ ਲਾ ਲਿਆ ਇਹਨਾਂ ਦਾ ਹਿਸਾਬ। ਜੇ ਜੈਨ ਜੀ 2 ਘੰਟਿਆਂ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਨੂੰ ਕਿਸੇ ਡਿਗਰੀ ਸਮਾਰੋਹ ਵਿੱਚ ਆਉਣ ਤੋਂ ਮਨਾ ਕਰ ਸਕਦਾ, ਫਿਰ ਇਹ ਆਰਡਰ ਕੱਢ ਦਿਆ ਕਿ ਇਹਨਾਂ ਦੀਆਂ ਅਗਲੀਆਂ ਜਿਹੜੀਆਂ ਹੁਣ ਉੱਥੋਂ ਬਾਰ ਹਾਊਸ ਵਾਲੇ ਜਿਹੜੇ ਲਾਇਰ ਬਣ ਕੇ ਆਉਣੇ ਆ ਵੀ ਇਹਨਾਂ ਨੂੰ ਇਨਰੋਲ ਨਹੀਂ ਕਰਨਾ। 4 ਘੰਟੇ 'ਚ ਫੈਸਲਾ ਉਲਟਾਤਾ ਨਾ ਰਾਤੋਂ ਰਾਤ ਹੀ। ਇਹ ਜੇ ਆਵਾਜ਼ ਉੱਠਦੀ ਰਹੀ ਨਾ, 4 ਚੰਗੇ ਲੀਡਰ ਮੇਰੇ ਵਰਗੇ ਨਾਲ ਇਹਨਾਂ ਜੁੜੇ ਰਹੇ, ਇਹ ਸਫਾਇਆ ਹੋ ਜਾਣਾ। ਬੀਜੇਪੀ ਦੇ ਅੰਦਰ ਘਸਮਾਨ ਪਿਆ ਹੋਇਆ। ਬੱਲੇ ਉਹ ਲੀਡਰ ਆ, ਹੈਰਾਨੀ ਨਹੀਂ ਹੋਈ ਇਹਦੇ ਵਰਗੇ। ਇਹਦੇ ਵਰਗੇ ਲੀਡਰ। ਬੀਜੇਪੀ ਦੇ ਜਿਹੜੇ ਫਿਰ ਇਹਦਾ ਵੀ ਸਾਰੇ ਜਾਣੇ 2 ਪੱਤੀਆਂ ਦੇ ਕੰਮ ਕਰਨਗੇ। ਮੈਂ ਤੁਹਾਨੂੰ ਦੱਸ ਦਿੰਦਾ, ਵੱਡੀ ਕਰਪਸ਼ਨ ਹਟ ਜਾਣੀ ਆ, 2 ਨੋਟਾਂ ਵਾਲੀ ਆ ਜਾਣੀ। ਬੀਜੇਪੀ 3 ਹਿੱਸਿਆਂ 'ਚ ਵੰਡ ਗਈ ਆ। ਅੱਛਾ। ਇੱਕ ਹੈਗੀ ਗੁਜਰਾਤ ਲੌਬੀ, ਇੱਕ ਹੈਗੀ ਜਿਹੜੀ ਗੁਜਰਾਤ ਲੌਬੀ ਨੂੰ ਪਸੰਦ ਨਹੀਂ ਕਰਦੀ ਪਰ ਹਜੇ ਡਰ ਨਾਲ ਚੁੱਪ ਬੈਠੀ ਸੀਗੀ, ਤੇ ਇੱਕ ਇਹੋ ਜਿਹੇ ਸੀਗੇ ਜਿਹੜੇ ਬਸ ਇਹਦੇ ਵਰਗੇ ਸੀਗੇ ਵੀ ਉਧਰੋਂ ਆ ਗਏ ਇੱਧਰੋਂ ਆ ਗਏ, ਉਹ ਡਰ ਨਾਲ ਉਹ ਲੰਬੜ ਵਰਗੇ ਖਾਦੇ ਪੀਂਦੇ ਆ ਉਹਨਾਂ ਨੇ, ਪਰ ਖੁਸ਼ ਨਹੀਂ ਹੈਗੇ ਉੱਥੇ ਕਿਉਂਕਿ ਉਹਨਾਂ ਨੂੰ ਕਿਹੜਾ ਕੁਝ ਉੱਥੇ ਮਿਲਦਾ ਆ। ਹੁਣ ਜਿਹੜੀ ਗੁਜਰਾਤ ਲੌਬੀ ਦੀ ਐਂਟੀ ਬੰਦੇ ਸੀਗੇ ਉਹਨਾਂ ਨੇ ਅੰਦਰ ਆਵਾਜ਼ ਚੱਕ ਲਈ, ਚਲੋ ਕਹਿੰਦੇ ਦੇਖੋ, ਅਸੀਂ ਛੱਡ ਕੇ ਜਾਣਾ। ਚਲੋ ਦੇਖੋ। ਤੇ ਪੰਜਾਬ ਜਿਹੜੀ ਬੀਜੇਪੀ ਉਹਦੇ ਵਿੱਚ ਵੀ ਘਸਮਾਨ ਪਿਆ ਹੋਇਆ ਹੈ, ਤੇ ਇੱਕ ਘਸਮਾਨ ਹੋਰ ਪੰਜਾਬ 'ਚ ਪੈ ਗਿਆ। ਮੈਂ ਤੁਹਾਨੂੰ ਘਸਮਾਨਾ ਹੀ ਕਹੂੰਗਾ। ਚੱਲ ਕਰ ਗੱਲ ਫੇ। ਮੈਨੂੰ ਪਹਿਲਾਂ ਇਹ ਦੱਸ ਮਾਟਰਾ, ਤੂੰ ਤਾਂ ਪੜ੍ਹਿਆ ਹੋਣਾ, ਤੂੰ ਤਾਂ ਮੋਟੀ-ਮੋਟੀ ਕਿਤਾਬਾਂ ਹੀ ਪੜ੍ਹੀਆਂ ਕਾਹਦੀਆਂ ਹੋਣੀਆਂ, ਕੋਟੇ ਲਾਏ ਆ। ਪੇਪਰ ਤਾਂ ਲੀਕ ਹੀ ਹੁੰਦਾ ਹੀ ਨਹੀਂ ਵੀ ਲੀਕ ਪੇਪਰਾਂ ਤੋਂ ਪਾਸ ਹੋਏ ਹੋ, ਮੈਨੂੰ ਪਤਾ ਨਹੀਂ ਇਹਨੇ ਪਾਸ ਕਰਨ ਦੇ ਪੈਸੇ ਕਿੰਨਾ ਲਾਏ। ਕੁ ਪੜ੍ਹਦਾ ਹੁੰਦਾ ਸੀ ਇਹ। ਚੱਲ ਗੱਲ ਕਰ, ਤੂੰ ਟਾਈਮ ਨਾ ਖਰਾਬ ਕਰ। ਨਹੀਂ ਮੈਂ ਤੈਅ ਵੀ ਤਾਂ ਲਾਉਣੀ ਹੁੰਦੀ ਆ। ਚੱਲ ਕਰ ਫੇ ਗੱਲ। ਜਿਹੜਾ ਕੋਈ ਕੌਮ ਦਾ ਲੀਡਰ ਹੁੰਦਾ ਉਹ ਆਪਣੀ ਕੌਮ ਨੂੰ ਹੀ ਨਿਰਦੇਸ਼ ਦੇ ਸਕਦਾ ਨਾ, ਉਹਨਾਂ ਨੂੰ ਕੋਈ ਕਹਿ ਸਕਦਾ ਵੀ ਤੁਸੀਂ ਆਹ ਕੰਮ ਐਂ ਕਰ ਲਓ ਜਾਂ ਉਹ ਨਾ ਕਰੋ। ਇਹਦਾ ਮਤਲਬ ਜਿਹੜਾ ਕੌਮ ਦਾ ਕੋਈ ਉੱਚ ਪਦਵੀ ਵਾਲਾ ਆ, ਜਥੇਦਾਰ ਟਾਈਪ ਆ, ਉਹ ਸਾਰਿਆਂ ਦੇ ਉੱਪਰ ਇਹ ਹੁਕਮ ਕਿੱਦਾਂ ਥੋਪੀ ਜਾਂਦਾ ਕਿ ਤੁਸੀਂ 3 ਨਿਆਣੇ ਪੈਦਾ ਕਰੋ। ਪੰਜਾਬ 'ਚ ਇਕੱਲੇ ਸਿੱਖੇ ਰਹਿੰਦੇ ਆ। ਆਹੋ, ਇਹ ਬਾਕੀਆਂ ਵੀ 3 ਦਿਨ ਗੱਲ ਆਣੀ ਮੈਂ ਗੁਰਗੱਜ ਸਿੰਘ ਦੀ ਗੱਲ ਕਰਦਾ। ਸਿੱਖਾਂ ਨੂੰ ਕਿਹਾ ਨਹੀਂ, ਉਹਨੇ ਨਹੀਂ, ਸਿੱਧੇ ਤੌਰ ਤੇ ਸਿੱਖਣ ਨੂੰ ਗਿਆ। ਉਹਨਾਂ ਨੇ ਕਿਹਾ ਸਿੱਖਾਂ ਨੂੰ ਕਿੱਥੋਂ ਪਤਾ ਲੱਗਦਾ ਸਿੱਖਾਂ ਨੂੰ ਕਿਹਾ? ਉਹਨੇ ਆਪਣੇ ਬਿਆਨ 'ਚ ਕਿਹਾ ਕਿਤੇ ਮਾੜੀ ਮੋਟੀ ਟਵਿੱਟਰ ਤੇ ਵੀ ਦੇਖ ਲਿਆ ਕਰੋ, ਕੋਈ ਚੰਗੀ ਚੀਜ਼ ਪੜ੍ਹ ਲਿਆ ਕਰੋ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਘੱਟ ਤੋਂ ਘੱਟ 3 ਨਿਆਣੇ ਪੈਦਾ ਕਰੋ। ਤੇ ਤੂੰ ਕਿਹੜਾ ਉਹਨਾਂ ਦੇ ਉੱਥੇ ਖੰਡ ਦੀਆਂ ਬੋਰੀਆਂ ਰੱਖ ਕੇ ਜਾਂਦਾ ਵੀ ਜਿਹੜਾ ਇੰਨਾ ਖਰਚਾ ਕਰਨੋਂ ਇਹ ਜਿਹੜੀ ਨਾ ਇਹ ਹੈਗੀ ਪੜ੍ਹਤਾ ਦੀ ਨਿਸ਼ਾਨੀ। ਇਹਦੇ ਹੱਕ 'ਚ ਨਹੀਂ ਆਉਂਦਾ ਪੁਰਾਣੇ ਗੱਲ ਸਮੇਂ ਕਰਨੀ। ਲੋਕੀ ਹੁੰਦੇ ਸੀਗੇ ਕੋਈ ਚਾਹ ਪੈਦਾ ਕਰੋ, ਪੰਥ ਨੂੰ ਲੋੜ ਆ 5 ਵਜੇ ਪੈਦਾ ਕਰੋ, ਖਿਲਾਉਣਾ ਉਹਨਾਂ ਨੂੰ ਕਿੱਥੋਂ? ਅਮਰੀਕਾ ਵਾਲੇ ਮੋੜ ਲੱਗ ਪਏ ਨਿਆਣੇ ਸਾਡੇ। ਨਹੀਂ ਉਹ ਤਾਂ ਕੰਮ ਲਾਉਂਦੇ ਆ, ਕੰਮ ਤਾਂ ਵੋਟਾਂ ਬਣਾਉਣੀਆਂ ਆਪ ਵਧਾਓ, ਇਹ ਕੰਮ ਉਹਦਾ ਕੋਈ ਲਾਉਂਦੇ। ਫਾਇਦਾ ਨਹੀਂ। 1 ਨਿਆਣਾ 2 ਨਿਆਣਾ ਬਸ ਭਾਈ। ਨਹੀਂ ਜੇ ਮੈਂ ਕਿਤੇ ਸਾਹਮਣੇ ਹੁੰਦਾ ਨਾ, ਮੈਂ ਪਤਾ ਕੀ ਕਹਿਣਾ ਸੀਗਾ ਨਾ, ਜਿਹੜੀਆਂ ਸਾਡੀਆਂ ਇਹ ਧੀਆਂ ਭੈਣਾਂ ਆ ਇਹ ਹੈਗੀਆਂ ਜਵਾਕ ਜੰਮਣ ਦੀਆਂ ਮਸ਼ੀਨਾਂ।
ਵੀ ਤੂੰ ਮੰਨ ਲਓ ਕਿ ਤਿੰਨ ਕਹਿਤਾ ਹੁਣ ਸਾਰਿਆਂ ਨੇ ਤਿੰਨੇ ਜੰਮਣੇ ਆ। ਪਹਿਲੀ ਗੱਲ ਤਾਂ ਸੰਵਿਧਾਨ ਕਈ ਨਹੀਂ ਠੀਕ ਲੱਗਦੀ ਗੱਲ। ਦੂਜਾ ਤੂੰ ਜਿਹੜੀ ਕੌਮ ਦਾ ਹੈ ਨਾ, ਸਿਰਫ ਤੇਰਾ ਸੰਦੇਸ਼ ਉਸ ਕੌਮ ਤੱਕ ਜਾਣਾ ਚਾਹੀਦਾ, ਬਾਕੀਆਂ ਨੂੰ ਵਿੱਚ ਨਹੀਂ ਲੈ ਕੇ ਆ ਸਕਦਾ। ਇਹ ਮਤਲਬ ਕਿ ਅਕਲ ਤੁਹਾਨੂੰ ਬੋਕਰ ਵਾਲਿਆਂ ਨੂੰ ਜਾਂ ਇਹਨਾਂ ਨੂੰ ਕਦੋਂ ਆਉਣੀ ਆ? ਯਾਰ ਧਾਰਮਿਕ ਮਾਮਲੇ 'ਚ ਅਸੀਂ ਬੋਕਰ ਵਾਲੇ ਨਹੀਂ ਦਖਲਅੰਦਾਜ਼ੀ ਕਰਦੇ। ਜਿਹੜਾ 200 ਰੁਪਏ ਦੇ ਵਿੱਚ ਹੀ ਮੋਦੀ ਜਿੰਨਾ ਆਪਣੀ ਆਕੜ ਰੱਖਦਾ ਹੈ। ਹਾਂ ਉਹ ਮਾਸਟਰ ਤੂੰ ਨਵਾਂ ਮੈਪ ਦੇਖਿਆ? ਟਰੰਪ ਨੇ ਬਣਾਇਆ ਨਵਾਂ ਮੈਪ। ਉਹ ਤਾਂ ਹਾਰਮੋਨ ਉੱਥੇ ਵੀ ਕਹੀ ਜਾਂਦਾ ਕਹਿੰਦਾ ਹਟਾ। ਆਹੋ ਕਹਿੰਦੇ ਸਾਡਾ ਮੇਰਾ ਬਣ ਗਿਆ, ਪਹਿਲਾਂ ਗ੍ਰੀਨਲੈਂਡ ਲੈ ਲਿਆ ਇਹਨੇ, ਹਨਾ। ਫੇ ਉਹ ਦੂਜਾ ਕਿਹੜਾ ਸੀ ਹੋਰ? ਪਨਾਮਾ ਲਹਿਰ ਵੀ ਖਰੀਦ ਲਈ ਇਹਨੇ। ਝੰਡਾ ਲਾਇਆ ਤਾਂ ਕੁੱਬਾ ਵੀ ਅਸੀਂ ਰੱਖਣਾ। ਆਹੋ ਵੀ ਉਹ ਰੱਖਣਾ। ਤੇ ਹੁਣ ਕਹਿੰਦਾ ਕੈਨੇਡਾ ਵੀ ਕਹਿੰਦਾ ਮੈਂ ਲੈਣਾ। ਕੈਨੇਡਾ ਹੁਣ ਹੋਮ ਅੱਜ ਲੈ ਲਈ ਆ। ਮੈਂ ਤੁਹਾਨੂੰ ਦੱਸਦਾ ਇਹ ਕਿੱਦਾਂ ਹੋ ਗਿਆ ਸਾਰਾ ਨਵਾਂ ਮੈਪ ਕਿੱਦਾਂ ਬਣਿਆ। ਜਦੋਂ ਮਾੜੇ ਬੰਦੇ ਨੂੰ ਕੋਈ ਵਧੀਆ ਨਸ਼ਾ ਲੱਗ ਜਾਵੇ ਨਾ, ਮਿਲਿਆ ਹੋਵੇ ਪਹਿਲੀ ਵਾਰ, ਇਹਨੇ ਪੀ ਲਈਆਂ ਹੋਣੀਆਂ 4-5 ਨੂਰ ਬੀੜੀਆਂ ਤਕੜੀਆਂ ਖਿੱਚ ਕੇ, ਤੇ ਉਹ ਬਸ ਫਿਰ ਤੁਹਾਨੂੰ ਪਤਾ ਲੋਰ ਚ ਆ ਗਏ, ਉਹਨਾਂ ਨੇ ਨਕਸ਼ੇ ਬਦਲਤੇ ਰਾਤ। ਐਡੀ ਕੋਈ ਗੱਲ ਹੈ ਹੀ ਨਹੀਂ। ਤਾਂ ਇਹਨੂੰ ਗ੍ਰੀਨਲੈਂਡ ਪਤਾ ਕੱਲ੍ਹ ਚਾਹੀਦਾ। ਜੀਓ ਪੋਲੀਟਿਕਸ ਵਾਲੀ ਗੱਲ ਹੈ। ਅੱਛਾ ਅੱਛਾ। ਹਜੇ ਤੱਕ ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਇਹਨੇ ਵੀ ਇਹ ਗ੍ਰੀਨਲੈਂਡ ਦੇ ਮਗਰ ਕੱਲ੍ਹ ਹੀ ਪਿਆ ਹੋਇਆ। ਉਹ ਪਿਆ ਡਿਫੈਂਸ ਵਾਸਤੇ। ਜਦੋਂ ਰਸ਼ੀਆ ਵਾਲੇ ਦੂਜੇ ਹੁਣ ਲਾਗੇ ਲੱਗ ਬਹਿ ਗਿਆ। ਬੜੀ ਕੁੱਤੀ ਚੀਜ਼ ਆ ਬਈ, ਕਿਉਂਕਿ ਚਾਈਨਾ ਤੋਂ ਜਹਾਜ਼ ਜਾਂ ਤਾਂ ਉਧਰ ਸਾਊਥ ਅਫਰੀਕਾ ਤੋਂ ਇੱਦਾਂ ਘੁੰਮ ਕੇ ਆਉਂਦੇ ਆ, ਜਾਂ ਸਵੀਜ ਨਹਿਰ ਲੈਂਦੇ ਆ। ਜੇ ਚਾਈਨਾ ਤੋਂ ਸਿੱਧਾ ਹੀ ਐਂ ਕਰਕੇ ਇੱਥੇ ਰਸ਼ੀਆ ਵੜ ਜਾਣਾ ਤਾਂ ਬਾਟ ਘੱਟ ਨਹੀਂ ਬਹੁਤ ਪੈ ਗਈ। ਉਧਰ ਨਾ ਇੱਥੇ ਗ੍ਰੀਨਲੈਂਡ ਗੱਲ ਆ। ਸੁਣੋ ਭਾਈ ਸਿੱਖਾ, ਜਿੱਥੇ ਗ੍ਰੀਨਲੈਂਡ ਦੇ ਨਾਲ ਦੀ ਜਿਹੜੀ ਸਮੁੰਦਰ ਆ ਜਿੰਨਾ ਵੀ ਹੈ ਨਾ, 6 ਮਹੀਨੇ ਤੋਂ ਉਦਾਂ ਹੀ ਉਹ ਜੰਮਿਆ ਰਹਿੰਦਾ। ਤਾਇਆ ਉਹਦਾ ਹੱਲ ਕੱਢ ਲਿਆ, ਤੈਨੂੰ ਫਿਰ ਪਤਾ ਹੀ ਨਹੀਂ ਲੱਗਾ। ਥੱਲੇ ਦੀ ਪੰਡ ਵੀ ਲੱਗ ਜਾਇਆ ਕਰਨਗੇ। ਚਾਈਨਾ ਤੇ ਰਸ਼ੀਆ ਨੇ ਰੂਟ ਉਹ ਚਾਲੂ ਕਰਤਾ। ਅਸੀਂ ਤਾਂ ਇਹ ਸੋਚਦੇ ਸੀ ਵੀ ਉੱਥੇ ਬਰਫ਼ ਜਮੀ ਜਹਾਜ਼ ਚੱਲਣਾ ਹੀ ਨਹੀਂ ਹੈਗਾ। ਉਹ ਕਹਿੰਦੇ ਕੋਈ ਗੱਲ ਨਹੀਂ, ਜਿਹੜਾ ਬੇੜਾ ਜਾਇਆ ਕਰੂਗਾ ਸਮਾਨ ਲੈ ਕੇ, ਉਹਦੇ ਮੂਹਰੇ ਪਹਿਲਾਂ ਆਈਸ ਬ੍ਰੇਕਰ ਜਾਇਆ ਕਰੂਗਾ। ਉਹ ਤਾਂ ਰੂਟ ਚਾਲੂ ਹੋ ਗਿਆ। ਇਹਦਾ ਮਤਲਬ ਉਹਨੇ ਅਲਾਸਕਾ ਦੇ ਮੂਹਰੇ ਜਦੋਂ ਘੁੰਮ ਕੇ ਜਾਣਾ, ਅਮਰੀਕਾ ਨੂੰ ਤਾਂ ਲੱਗ ਗਈਆਂ ਮੌਕਾ। ਐਵੇਂ ਵਾਧੂ ਗੱਲਾਂ ਆ, ਇੰਨਾ ਵਪਾਰ ਕਰਨਾ। ਉਹਨੂੰ ਇਹ ਸੀਗਾ ਵੀ ਚੀਨ ਆ ਕੇ ਇੱਥੇ ਜੇ ਮੁਲਕ ਤਗੜਾ ਆ, ਵੀ ਉਹ ਆ ਕੇ ਸਾਂਭ ਕੇ ਬਹਿ ਗਿਆ। ਜਿਹਦਾ ਸੈਕੰਡ ਵਰਲਡ ਵੋਰ 'ਚ ਜੈਪਨੀਜ਼ ਤੋਂ ਡਰਦੇ, ਜਾਪਾਨੀ ਨਾਲ ਆਸਟ੍ਰੇਲੀਆ ਲੈ ਜਾਣਾ, ਆਬਾਦੀ ਬਹੁਤ ਥੋੜੀ ਸੀ ਉਦੋਂ, ਹਨਾ। ਇਹ ਗੱਲ ਉਹ ਚੀਜ਼ ਆ। ਹੋਰ ਉੱਤੇ ਹੋਣਾ ਕੀ ਆ, ਹੁਣ ਨਿਗਰਾਨੀ ਦਾ ਤਾਇਆ ਉਹ ਕਰਨਗੇ। ਇਹ ਕਿਤੇ ਆਂਢ ਗੁਆਂਢ ਚ ਚਵਾਰੇ ਚੜ ਕੇ ਨਿਗਰਾਨੀਆਂ ਕਰਦਾ। ਇਹ ਚੀਨ ਤੋਂ ਘੱਟ ਆ ਕਿਤੇ। ਕੈਨੇਡਾ ਕਿੱਥੋਂ ਸਾਂਭੂ ਇਹ, ਗ੍ਰੀਨਲੈਂਡ ਕਿੱਥੋਂ ਸਾਂਭੂ ਇਹ, ਹੋਮੋ ਇਰਾਨ ਤੇ ਤੋਂ ਸਾਂਭ ਨਹੀਂ ਹੋਇਆ। ਡਿਲੂਸ਼ਨਲ ਕਹਿੰਦੇ ਇਹਨੂੰ। ਅੱਛਾ ਤਾਂ ਜਾਂਦੇ ਜਾਂਦੇ ਟਾਈਮ ਬਾਹਲਾ ਹੋ ਗਿਆ। ਮੈਂ ਤੈਨੂੰ ਪਤਾ ਮੈਂ ਜਾਣਾ ਹੁੰਦਾ ਖਤਮ। ਤੇਰੀਆਂ ਦੋ ਪੱਤੀਆਂ ਡਿਗਰੀ। ਮੈਂ ਮਾੜੀ ਥੋੜੀ ਅਕਲ ਚੈੱਕ ਕਰ ਲਵਾਂ। ਮੈਂ ਜਿਹੜਾ ਤੂੰ ਵਿੱਚ ਹੀ ਆ, ਆਸ ਨਹੀਂ ਮੈਨੂੰ ਵੈਸੇ ਤੇ ਤੋਂ ਹੈਗੀ। ਚੱਲ ਨਹੀਂ ਆ ਰਿਹਾ ਤੂੰ ਕਰ ਲਾ ਫੇਰ ਵੀ। ਆਹੋ ਤੇਰਾ ਮਨ ਤਾਂ ਖੁਸ਼ ਹੋ ਜੂ। ਅਮਰੀਕਾ ਤੇ ਇਰਾਨ, ਮੈਨੂੰ ਇਹ ਦੱਸੋ ਵੀ ਜੰਗ ਲੱਗੂ ਕਿ ਨਹੀਂ ਲੱਗੂ? ਮੈਨੂੰ ਪਤਾ ਕਹਿੰਦੇ ਹੈਗੇ ਲੱਗੂਗੀ। ਨਹੀਂ ਮੈਨੂੰ ਪਤਾ ਅਸਲ 'ਚ ਕੀ ਹੋਣਾ। ਹਾਂ ਦੱਸ, ਤੂੰ ਦੱਸ ਪਹਿਲਾਂ ਤੂੰ ਹੀ ਦੱਸੋ। ਫਿਰ ਢਾਹ ਕੇ ਕੁੱਟਣਾ ਜੇ ਤੂੰ ਗਲਤ ਨਿਕਲਿਆ। ਨਹੀਂ ਮੈਂ ਗਲਤ ਨਹੀਂ ਨਿਕਲਦਾ, ਤੈਨੂੰ ਪਤਾ ਮੈਂ ਜੀਓ ਪੋਲੀਟਿਕਸ ਦਾ ਖਿਲਾੜੀ ਆ ਬਈ। ਪਤਾ ਨਹੀਂ ਕੀ ਨਸ਼ੇ ਕਰਕੇ ਆਉਂਦਾ। ਨਹੀਂ ਮੈਨੂੰ ਦੱਸੋ, ਬੀਜੇਪੀ ਦੀ ਜਿਹੜੀ ਭਿੱਖਵਾਣੀ ਕਰਦਾ ਉਹ ਗਲਤ ਨਿਕਲਦੀ ਆ? ਕਿਹਦੀ? ਬੀਜੇਪੀ ਦੀ ਜਿਹੜੀ ਭਿੱਖਵਾਣੀ ਕਰਦਾ ਗਲਤ ਨਿਕਲਦੀ ਆ? ਉਹ ਤਾਂ ਸਾਰਿਆਂ ਨੂੰ ਪਤਾ ਹੀ, ਇਹ ਗੱਲਾਂ ਤੂੰ ਕਰਦਾ। ਨਹੀਂ ਮੈਂ ਪਹਿਲਾਂ ਗੱਲ ਦੱਸ ਦਿੰਦਾ। ਚੱਲ ਗੱਲ ਕਰ ਕੀ ਹੁਣ। ਐ ਟਾਈਮ ਕਹਿੰਦੇ ਤਲਵਾਰਾਂ ਖਿੱਚ ਲਈਆਂ, ਐ ਆ ਜੀ ਐ ਆ। ਟਰੰਪ ਕਹਿੰਦਾ ਮੈਂ ਤਾਂ ਘਸਮਾਨ ਪਾ ਦੂੰ ਜੇ ਕਰ ਦੂੰ। ਇਹ ਲੜਾਈ ਨਹੀਂ ਲੱਗਣੀ। ਨੋਟ ਕਰ ਲਓ ਬਸ। ਦੋਨੋਂ ਡਰਦੇ ਇੱਕ ਦੂਜੇ ਤੋਂ। ਇਰਾਨ ਨਹੀਂ ਡਰਦਾ। ਨਹੀਂ, ਅਮਰੀਕਾ ਨੇ ਪਤਾ ਸਕੰਜਾ ਬਹੁਤ ਕੱਸਿਆ ਉਹਨਾਂ ਦਾ। ਉਹਨੂੰ ਕੀਤਾ ਸਾਰੇ ਇਰਾਨ ਦਾ ਨਾਕਾਬੰਦੀ ਕਰ ਦਿੱਤੀ ਆ। ਨਾ ਕੁਛ ਉਹਨੂੰ ਉੱਧਰ ਜਾਂਦਾ ਤੇ ਨਾ ਬਾਹਰੋਂ ਅੰਦਰੋਂ ਬਾਹਰ ਜਾਣ ਦਿੰਦੇ ਆ। ਉਹਨਾਂ ਕਹਿੰਦੇ ਆਪੇ ਭੁੱਖੇ ਮਰਦੇ, ਆਪੇ ਕਹਿਣਗੇ ਆਓ ਜੀ ਅੰਕਲ ਜੀ ਕਰ ਲਈਏ ਸਮਝੌਤਾ। ਤਾਇਆ ਇੰਨਾ ਟਾਈਮ ਅਮਰੀਕਾ ਕੋ ਵੇਟ ਨਹੀਂ ਕਰ ਹੋਣੀ। ਇਹਨੇ ਉਹਦੀ ਪੜਾਕਾ ਜਿਹਾ ਮਾਰ ਕੇ ਉੱਥੋਂ ਭੱਜਣਾ। ਮੈਂ ਤੁਹਾਨੂੰ ਦੱਸਦਾ ਜਿੱਦਾਂ ਇਹ ਖਿਆਲੀ ਬਲੋ ਜਾਂ